ਹੈਲੋ ਫਰੈਂਡਸ। ਹਾਂਜੀ ਬੇਟਾ, ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਅਰਥਸ਼ਾਸਤਰ ਦਾ ਖੇਤਰ, ਜੋ ਕਿ ਜੇ.ਐਮ. ਕੇਨਜ਼ ਨੇ ਆਪਣੀ ਬੁੱਕ ਦੇ ਵਿੱਚ ਇਸ ਦੇ ਕਾਰਜ ਖੇਤਰ ਬਾਰੇ ਸਾਰਾ ਲਿਖਿਆ ਹੋਇਆ ਹੈ, ਜਿਹਦੇ ਵਿੱਚ ਦੱਸਿਆ ਵੀ ਆਪਾਂ ਇਸ ਦਾ ਅਧਿਐਨ ਤਿੰਨ ਗੱਲਾਂ ਦੇ ਨਾਲ ਕਰ ਸਕਦੇ ਹਾਂ। ਇੱਕ ਹੈ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ, ਅਰਥਸ਼ਾਸਤਰ ਦਾ ਸੁਭਾਅ ਅਤੇ ਅਰਥਸ਼ਾਸਤਰ ਦੀਆਂ ਸੀਮਾਵਾਂ। ਜਿਹਦੇ ਵਿੱਚੋਂ ਫਸਟ ਹੈ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ। ਸੋ ਅਰਥਸ਼ਾਸਤਰ ਦੇ ਵਿਸ਼ੇ ਬਾਰੇ ਅਲੱਗ-ਅਲੱਗ ਅਰਥਸ਼ਾਸਤਰੀਆਂ ਨੇ ਆਪਣੇ ਵਿਚਾਰ ਦਿੱਤੇ ਨੇ। ਸੈਮਿਊਲਸਨ ਦੇ ਅਕੋਰਡਿੰਗ ਕੀ ਹੈ ਵੀ ਅਰਥਸ਼ਾਸਤਰ ਦਾ ਜੋ ਸਹੀ ਵੇਰਵਾ ਹੈ ਉਹ ਕੁਝ ਲਫ਼ਜ਼ਾਂ ਦੇ ਵਿੱਚ ਪੇਸ਼ ਕਰਨਾ ਮੁਸ਼ਕਿਲ ਹੈ, ਜਿਹਦੇ ਕਰਕੇ ਇਹਦੇ ਕਈ ਵਿਚਾਰ ਦਿੱਤੇ ਹੋਏ ਨੇ। ਜਿਵੇਂ ਸਭ ਤੋਂ ਪਹਿਲਾਂ ਵਿਦਵਾਨ ਅਰਸਤੂ ਨੇ ਕਿਹਾ ਵੀ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ ਰਾਜ ਅਤੇ ਘਰੇਲੂ ਆਰਥਿਕ ਪ੍ਰਬੰਧ ਹੈ। ਅਤੇ ਐਡਮ ਸਮਿਥ ਦੇ ਅਕੋਰਡਿੰਗ ਵੀ ਅਰਥਸ਼ਾਸਤਰ ਦੀ ਜੋ ਵਿਸ਼ਾ ਸਮੱਗਰੀ ਦਾ ਸੰਬੰਧ ਹੈ ਪੂੰਜੀ ਦੇ ਸੁਭਾਅ ਅਤੇ ਕਾਰਨਾਂ ਦੀ ਪੜਤਾਲ ਕਰਨਾ ਹੈ। ਅਤੇ ਮਾਰਸ਼ਲ ਦੇ ਅਕੋਰਡਿੰਗ ਕੀ ਹੈ ਵੀ ਇਹਦੀ ਜੋ ਵਿਸ਼ਾ ਸਮੱਗਰੀ ਹੈ ਉਹ ਸਮਾਜਿਕ ਵਿਅਕਤੀਆਂ ਦੇ ਉਹਨਾਂ ਕੰਮਾਂ ਦਾ ਅਧਿਐਨ ਕਰਨਾ ਹੈ ਜਿਨ੍ਹਾਂ ਦਾ ਸੰਬੰਧ ਕਲਿਆਣ ਨੂੰ ਵਧਾਉਣ ਵਾਲੇ ਭੌਤਿਕ ਪਦਾਰਥਾਂ ਨਾਲ ਹੈ। ਔਰ ਲਾਰਡ ਰੋਬਿਨਸ ਦੇ ਅਕੋਰਡਿੰਗ ਕੀ ਹੈ ਵੀ ਜੋ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ ਹੈ, ਠੀਕ ਹੈ ਵੀ ਉਹ ਕੀ ਹੈ ਵੀ ਉਹਦਾ ਸੰਬੰਧ ਹੈ ਵਿਅਕਤੀਆਂ ਦੇ ਉਹਨਾਂ ਕੰਮਾਂ ਦੇ ਨਾਲ ਹੈ ਜਿਹੜੇ ਉਹ ਆਪਣੀਆਂ ਜ਼ਰੂਰਤਾਂ ਦੀਆਂ ਅਸੀਮਤ ਲੋੜਾਂ ਨੂੰ ਪੂਰਾ ਕਰਨ ਵਾਲੇ ਸੀਮਤ ਸਾਧਨਾਂ ਦੇ ਲਈ ਯਤਨ ਕਰਦੇ ਰਹਿੰਦੇ ਨੇ। ਠੀਕ ਹੈ ਜੀ। ਸੋ ਇਹਦੇ ਲਈ ਇੱਕ ਡਾਇਗਰਾਮ ਸ਼ੋਅ ਕੀਤੀ ਹੋਈ ਹੈ ਜਿਹਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਹੈ ਵੀ ਜਦੋਂ ਆਪਣੀਆਂ ਜ਼ਰੂਰਤਾਂ ਸ਼ੁਰੂ ਹੁੰਦੀਆਂ ਨੇ, ਠੀਕ ਹੈ, ਤਾਂ ਆਪਾਂ ਉਸ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਾਂ। ਯਤਨ ਕਾਹਦੇ ਨਾਲ ਕੰਪਲੀਟ ਕਰਾਂਗੇ? ਧਨ ਦੇ ਨਾਲ। ਧਨ ਹੋਊਗੀ ਤਾਂ ਉਹਦੇ ਨਾਲ ਆਪਣੀਆਂ ਲੋੜਾਂ ਨੇ ਸੰਤੁਸ਼ਟ ਹੋਣਗੀਆਂ, ਠੀਕ ਹੈ। ਲੋੜਾਂ ਸੰਤੁਸ਼ਟ ਹੋਣਗੀਆਂ ਤਾਂ ਆਪਣੀਆਂ ਅਗਲੀਆਂ ਜ਼ਰੂਰਤਾਂ ਨੇ ਜੋ ਪੈਦਾ ਹੋਣਗੀਆਂ, ਅਗਲੀਆਂ ਜ਼ਰੂਰਤਾਂ ਨੂੰ ਫਿਰ ਪੂਰਾ ਕਰਨ ਦਾ ਯਤਨ ਕਰਾਂਗੇ। ਸੋ ਇਹ ਆਰਥਿਕ ਚੱਕਰ ਹੈ, ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ, ਠੀਕ ਹੈ। ਅੱਗੇ ਆਪਣੇ ਕੋਲ ਆ ਗਿਆ ਵੀ ਜੋ ਅਰਥਸ਼ਾਸਤਰ ਦੀ ਵਿਸ਼ਾ ਸਮੱਗਰੀ ਦੇ ਸੰਬੰਧ ਦੇ ਵਿੱਚ ਆਰਥਿਕ ਕਿਰਿਆਵਾਂ, ਆਰਥਿਕ ਪ੍ਰਣਾਲੀਆਂ ਅਤੇ ਆਰਥਿਕ ਨੀਤੀਆਂ ਦੇ ਨਾਲ ਹੈ। ਫਸਟ ਹੈਗਾ ਆਪਣੇ ਕੋਲ ਜੀ ਆਰਥਿਕ ਕਿਰਿਆਵਾਂ, ਇਕਨੋਮਿਕ ਐਕਟੀਵਿਟੀਜ਼। ਆਰਥਿਕ ਕਿਰਿਆਵਾਂ ਤੋਂ ਭਾਵ ਹੁੰਦਾ ਵੀ ਉਹਨਾਂ ਕਿਰਿਆਵਾਂ ਤੋਂ ਹੁੰਦਾ ਹੈ ਜਿਨ੍ਹਾਂ ਦਾ ਸੰਬੰਧ ਲੋੜਾਂ ਦੀ ਸੰਤੁਸ਼ਟੀ ਦੇ ਲਈ ਸੀਮਤ ਸਾਧਨਾਂ ਦੇ ਪ੍ਰਯੋਗ ਤੋਂ ਹੁੰਦਾ ਹੈ। ਇਹ ਆਪਣੇ ਕੋਲ ਦੋ ਹਿੱਸਿਆਂ ਦੇ ਵਿੱਚ ਆਪਾਂ ਇਹਨਾਂ ਦਾ ਅਧਿਐਨ ਕਰ ਸਕਦੇ ਹਾਂ। ਇੱਕ ਤਾਂ ਆਰਥਿਕ ਕਿਰਿਆਵਾਂ ਦੀਆਂ ਕਿਸਮਾਂ ਅਤੇ ਆਰਥਿਕ ਕਿਰਿਆਵਾਂ ਦੇ ਉਦੇਸ਼। ਪਹਿਲਾਂ ਆ ਗਈਆਂ ਦੀਆਂ ਕਿਸਮਾਂ। ਫਸਟ ਹੈਗਾ ਜੀ ਉਪਭੋਗ, ਜਿਹਨੂੰ ਆਪਾਂ ਕੰਜ਼ੰਪਸ਼ਨ ਬੋਲਦੇ ਹਾਂ। ਕਹਿੰਦੇ ਉਪਭੋਗ ਹੈ ਉਹ ਆਰਥਿਕ ਕਿਰਿਆ ਜਿਹਦੇ ਨਾਲ ਕੋਈ ਵੀ ਵਿਅਕਤੀ ਦੀਆਂ ਲੋੜਾਂ ਦੀ ਸੰਤੁਸ਼ਟੀ ਹੁੰਦੀ ਹੈ, ਜਿਵੇਂ ਰੋਟੀ ਖਾਣਾ, ਚਾਹ ਪੀਣਾ ਵਗੈਰਾ। ਸੈਕਿੰਡ ਹੈਗਾ ਉਤਪਾਦਨ, ਪ੍ਰੋਡਕਸ਼ਨ। ਕਹਿੰਦੇ ਉਤਪਾਦਨ ਉਹ ਕਿਰਿਆ ਜਿਸ ਦਾ ਸੰਬੰਧ ਪਦਾਰਥਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਦੇ ਵਿੱਚ ਵਾਧਾ ਕਰਨ ਦੇ ਨਾਲ ਹੈ, ਠੀਕ ਹੈ। ਜਿਵੇਂ ਬਿਸਕਿਟ ਬਣਾਉਣਾ, ਇਹ ਆਪਣੇ ਕੋਲ ਕੀ ਹੈ? ਇੱਕ ਉਤਪਾਦਨ ਤਿਆਰ ਕਰਨਾ ਹੈ। ਉਤਪਾਦਨ ਦੇ ਆਪਣੇ ਕੋਲ ਚਾਰ ਸਾਧਨ ਹੁੰਦੇ ਨੇ: ਭੂਮੀ, ਕਿਰਤ, ਪੂੰਜੀ ਅਤੇ ਉਦਮੀ। ਥਰਡ ਆ ਗਿਆ ਜੀ ਵਟਾਂਦਰਾ, ਐਕਸਚੇਂਜ। ਵਟਾਂਦਰਾ ਕੀ ਹੁੰਦਾ ਹੈ? ਕਹਿੰਦੇ ਜਿਹਦਾ ਸੰਬੰਧ ਹੈ ਕਿਸੇ ਪਦਾਰਥ ਜਾਂ ਉਤਪਾਦਨ ਦੇ ਸਾਧਨਾਂ ਦੀ ਖਰੀਦ ਅਤੇ ਵਿਕਰੀ ਨਾਲ ਹੁੰਦਾ ਹੈ। ਇਹਦੀ ਜੋ ਖਰੀਦ ਅਤੇ ਵਿਕਰੀ ਜ਼ਿਆਦਾ ਹੋਣ ਦੇ ਨਾਲ ਵਟਾਂਦਰਾ ਮੁਦਰਾ ਦੇ ਰਾਹੀਂ ਕੀਤੀ ਜਾਂਦੀ ਹੈ। ਇਸ ਕਿਰਿਆ ਨੂੰ ਮੁੱਲ ਨਿਰਧਾਰਨ ਕਿਹਾ ਜਾਂਦਾ ਹੈ। ਅੱਗੇ ਮੁੱਲ ਨਿਰਧਾਰਨ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ: ਵਸਤੂ ਦੀ ਕੀਮਤ ਨਿਰਧਾਰਨ ਅਤੇ ਸਾਧਨਾਂ ਦਾ ਮੁੱਲ ਨਿਰਧਾਰਨ, ਠੀਕ ਹੈ। ਵਸਤੂ ਦੀ ਕੀਮਤ ਨਿਰਧਾਰਨ ਦਾ ਮਤਲਬ ਕਿ ਇਹਦਾ ਸੰਬੰਧ ਹੈ ਜੋ ਬਾਜ਼ਾਰ ਦੀਆਂ ਵੱਖ-ਵੱਖ ਹਾਲਤਾਂ ਨਾਲ ਹੁੰਦਾ ਹੈ, ਜਿਵੇਂ ਪੂਰਨ ਪ੍ਰਤੀਯੋਗਤਾ, ਇੱਕ ਅਧਿਕਾਰੀ ਹੈ, ਪੂਰਨ ਪ੍ਰਤੀਯੋਗਤਾ। ਔਰ ਜੋ ਸਾਧਨਾਂ ਦਾ ਮੁੱਲ ਨਿਰਧਾਰਨ ਹੈ, ਕਹਿੰਦੇ ਇਸ ਦਾ ਸੰਬੰਧ ਹੈ ਉਤਪਾਦਨ ਦੇ ਸਾਧਨਾਂ ਦੇ ਮੁੱਲ ਨਾਲ ਹੁੰਦਾ ਹੈ। ਜਿਵੇਂ ਆਪਾਂ ਅਗਰ ਭੂਮੀ ਦੇ ਲਈ ਜੋ ਕੀਮਤ ਦਿੰਦੇ ਹਾਂ ਉਹ ਲਗਾਨ ਹੁੰਦਾ ਹੈ, ਕਿਰਤੀਆਂ ਦੇ ਲਈ ਮਜ਼ਦੂਰੀ ਹੁੰਦੀ ਹੈ, ਠੀਕ ਹੈ। ਪੂੰਜੀ ਦਾ ਮੁੱਲ ਹੁੰਦਾ ਵਿਆਜ ਅਤੇ ਉਦਮੀ ਨੂੰ ਪ੍ਰਾਪਤ ਹੋਣ ਵਾਲਾ ਲਾਭ, ਠੀਕ ਹੈ। ਸੋ ਇਸ ਕਿਰਿਆ ਨੂੰ ਕੀ ਕਹਿ ਸਕਦੇ ਹਾਂ ਆਪਾਂ? ਵੰਡ ਵੀ ਕਹਿ ਸਕਦੇ ਹਾਂ। ਅੱਗੇ ਆ ਜਾਂਦੇ ਨੇ ਆਪਣੇ ਕੋਲ ਆਰਥਿਕ ਕਿਰਿਆਵਾਂ ਦੇ ਉਦੇਸ਼। ਆਰਥਿਕ ਕਿਰਿਆਵਾਂ ਦੇ ਕਹਿੰਦੇ ਦੋ ਉਦੇਸ਼ ਨੇ: ਸਾਧਨਾਂ ਦੀ ਉਚਿਤ ਵੰਡ ਅਤੇ ਸਾਧਨਾਂ ਦੀ ਪੂਰੀ ਵਰਤੋਂ। ਸੋ ਅੱਗੇ ਆਪਾਂ ਆਰਥਿਕ ਕਿਰਿਆਵਾਂ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਇਹਨਾਂ ਦੇ ਅਕੋਰਡਿੰਗ। ਇੱਕ ਆਪਣੇ ਕੋਲ ਮਾਈਕਰੋ ਇਕਨੋਮਿਕਸ ਹੈ, ਵਿਅਸ਼ਟੀ ਅਰਥਸ਼ਾਸਤਰ। ਸੈਕਿੰਡ ਹੈਗਾ ਮੈਕਰੋ ਇਕਨੋਮਿਕਸ, ਸਮਸ਼ਟੀ ਅਰਥਸ਼ਾਸਤਰ। ਵਿਅਸ਼ਟੀ ਆਪਣੇ ਕੋਲ ਕਿਹੜਾ ਹੁੰਦਾ ਹੈ? ਕਹਿੰਦੇ ਜਿਹਦੇ ਵਿੱਚ ਆਰਥਿਕ ਕਿਰਿਆਵਾਂ, ਆਰਥਿਕ ਇਕਾਈਆਂ ਜਾਂ ਕੁਝ ਆਰਥਿਕ ਇਕਾਈਆਂ ਜਾਂ ਇੱਕ ਛੋਟੇ ਸਮੂਹ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਕਹਿੰਦੇ ਇੱਕ ਉਪਭੋਗਤਾ ਦੀ ਕਿਸੇ ਪਦਾਰਥ ਦੀ ਮੰਗ ਜਾਂ ਉਸ ਪਦਾਰਥ ਦੀ ਬਾਜ਼ਾਰ ਮੰਗ ਹੋ ਸਕਦੀ ਹੈ। ਇਹ ਹਿੱਸੇ ਦੇ ਵਿੱਚ ਮੰਗ ਦਾ ਸਿਧਾਂਤ, ਉਤਪਾਦਨ ਦੇ ਸਿਧਾਂਤ, ਉਤਪਾਦਨ ਫਲਨ, ਮੁੱਲ ਨਿਰਧਾਰਨ, ਸਾਧਨਾਂ ਦਾ ਮੁੱਲ ਨਿਰਧਾਰਨ, ਆਰਥਿਕ ਕਲਿਆਣ, ਇਹ ਸਾਰੇ ਆ ਜਾਂਦੇ ਨੇ। ਸੈਕਿੰਡ ਹੈਗਾ ਸਮਸ਼ਟੀ ਅਰਥਸ਼ਾਸਤਰ, ਜਿਹਦਾ ਅਧਿਐਨ ਜਿਹਦੇ ਵਿੱਚ ਕੀ ਹੈ? ਸਮੂਹਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਜਿਵੇਂ ਰਾਸ਼ਟਰੀ ਆਮਦਨ ਹੈ, ਪੂਰਨ ਰੁਜ਼ਗਾਰ ਹੈ, ਮੁੱਲ ਨਿਰਧਾਰਨ ਹੈ, ਅੰਤਰਰਾਸ਼ਟਰੀ ਹੈ, ਸਰਵਜਨਿਕ ਅੰਤਰਰਾਸ਼ਟਰੀ ਵਪਾਰ ਹੈ, ਸਰਵਜਨਿਕ ਵਿੱਤ ਹੈ, ਬੈਂਕਿੰਗ ਸੰਸਥਾਵਾਂ, ਠੀਕ ਹੈ। ਵਪਾਰ ਚੱਕਰ ਨੇ ਆਪਣੇ ਕੋਲ, ਰਾਸ਼ਟਰੀ ਆਮਦਨ ਦੀ ਵੰਡ ਵਗੈਰਾ। ਇਹ ਆਪਣੇ ਕੋਲ ਕੀ ਹੈ? ਸਾਰਾ ਸਮੂਹਿਕ ਸਿਧਾਂਤ ਆਦਿ ਵਿਸ਼ਿਆਂ ਦਾ ਅਧਿਐਨ ਹੈ। ਅੱਗੇ ਆ ਗਿਆ ਆਪਣੇ ਕੋਲ ਬੀ ਪਾਰਟ ਹੈ ਜਿਹੜਾ ਆਰਥਿਕ ਪ੍ਰਣਾਲੀਆਂ।
ਆਰਥਿਕ ਪ੍ਰਣਾਲੀਆਂ ਕਿਹੜੀਆਂ ਹੁੰਦੀਆਂ ਨੇ? ਕਹਿੰਦੇ ਆਰਥਿਕ ਕਿਰਿਆਵਾਂ ਨਾਲ ਸੰਬੰਧਿਤ ਸੰਗਠਨਾਂ ਤੇ ਸੰਸਥਾਵਾਂ ਦੇ ਆਧਾਰ ਤੇ ਆਰਥਿਕ ਪ੍ਰਣਾਲੀ ਨੂੰ 3 ਹਿੱਸਿਆਂ 'ਚ ਵੰਡਿਆ ਗਿਆ। ਪਹਿਲੀ ਹੈਗੀ ਆਪਣੇ ਕੋਲੇ ਪੂੰਜੀਵਾਦ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ? ਉਪਭੋਗ, ਉਤਪਾਦਨ, ਵੰਡ ਆਦਿ ਕਰਨ ਦੀ ਛੋਟ ਹੁੰਦੀ ਹੈ ਲੋਕਾਂ ਨੂੰ, ਔਰ ਸਰਕਾਰ ਦਾ ਇਹਦੇ ਉੱਪਰ ਕੋਈ ਕੰਟਰੋਲ ਨਹੀਂ ਹੁੰਦਾ। ਠੀਕ ਹੈ। ਕਹਿੰਦੇ ਇਹਨਾਂ ਆਰਥਿਕ ਕਿਰਿਆਵਾਂ ਨੂੰ ਕੀਮਤੀ ਅੰਤਰ ਰਾਹੀਂ ਹੁੰਦੀਆਂ ਨੇ। ਸੈਕਿੰਡ ਹੈਗਾ ਸਮਾਜਵਾਦੀ। ਇਹਦੇ ਵਿੱਚ ਕੀ ਹੁੰਦਾ ਹੈ? ਕਹਿੰਦੇ ਇਹਦੇ ਉੱਪਰ ਜੋ ਸਾਰੀਆਂ ਆਰਥਿਕ ਕਿਰਿਆਵਾਂ ਨੇ ਉਹਦੇ ਉੱਪਰ ਪੂਰਾ ਸਰਕਾਰ ਦਾ ਕੰਟਰੋਲ ਹੁੰਦਾ ਅਤੇ ਲੋਕ ਆਪਣੀ ਸੰਪੱਤੀ ਜਮ੍ਹਾਂ ਨਹੀਂ ਕਰ ਸਕਦੇ। ਥਰਡ ਆ ਗਈ ਮਿਸ਼ਰਤ ਅਰਥ ਵਿਵਸਥਾ। ਕਹਿੰਦੇ ਇਸ ਆਰਥਿਕ ਪ੍ਰਣਾਲੀ ਦੇ ਵਿੱਚ ਕੁਝ ਆਰਥਿਕ ਕੰਮ ਕਰਨ ਦੇ ਲਈ ਲੋਕ ਆਜ਼ਾਦ ਹੁੰਦੇ ਨੇ ਅਤੇ ਕੁਝ ਦੇ ਉੱਪਰ ਸਰਕਾਰ ਦੀ ਦਖਲਅੰਦਾਜ਼ੀ ਹੁੰਦੀ ਹੈ। ਸੋ ਇਹ ਪੂੰਜੀਵਾਦ ਅਤੇ ਸਮਾਜਵਾਦ ਦਾ ਮਿਸ਼ਰਣ ਹੁੰਦਾ ਹੈ। ਅੱਗੇ ਆ ਗਿਆ ਆਪਣੇ ਕੋਲ ਸੀ ਪਾਰਟ ਇਹਦਾ, ਆਰਥਿਕ ਨੀਤੀਆਂ। ਕਹਿੰਦੇ ਆਰਥਿਕ ਪ੍ਰਣਾਲੀਆਂ ਦੇ ਕੰਮ ਕਰਨ ਦੇ ਵਜੋਂ ਕੁਝ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ, ਜਿਵੇਂ ਬੇਰੁਜ਼ਗਾਰੀ ਹੈ, ਗਰੀਬੀ ਹੈ, ਮੁਦਰਾਸਫੀਤੀ ਹੈ, ਕੀਮਤ ਨੀਤੀ, ਕੀਮਤਾਂ ਦੇ ਵਿੱਚ ਵਾਧਾ ਹੈ। ਠੀਕ ਹੈ। ਇਹਦੇ ਨਾਲ ਕੀ ਹੈ? ਆਪਣੇ ਕੋਲ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਕੁਝ ਨੀਤੀਆਂ ਬਣਾਈਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਆਪਾਂ ਆਰਥਿਕ ਨੀਤੀਆਂ ਬੋਲਦੇ ਹਾਂ, ਜਿਵੇਂ ਮੌਦਰਿਕ ਨੀਤੀ ਹੈ, ਰਾਜਕੋਸ਼ੀ ਨੀਤੀ ਹੈ, ਕੀਮਤ ਨੀਤੀ ਹੈ ਜਾਂ ਆਰਥਿਕ ਨਿਯੋਜਨ ਹੈ। ਠੀਕ ਹੈ। ਅੱਗੇ ਆ ਗਿਆ ਜੀ ਆਪਣੇ ਕੋਲ ਨੇਚਰ ਆਫ ਇਕਨੋਮਿਕਸ, ਅਰਥ ਸ਼ਾਸਤਰ ਦਾ ਸੁਭਾਅ। ਕਹਿੰਦੇ ਕਿਸੇ ਵੀ ਸ਼ਾਸਤਰ ਦੇ ਸੁਭਾਅ ਤੋਂ ਭਾਵ ਕੀ ਹੁੰਦਾ? ਵੀ ਉਹ ਵਿਸ਼ਾ ਜਾਂ ਵਿਗਿਆਨ, ਵੀ ਉਹ ਵਿਸ਼ਾ ਵਿਗਿਆਨ ਹੈ ਜਾਂ ਕਲਾ ਹੈ, ਜਾਂ ਵਿਗਿਆਨ ਅਤੇ ਕਲਾ ਦੋਨੋਂ ਹੈ। ਠੀਕ ਹੈ। ਹੁਣ ਵਿਗਿਆਨ ਹੈ, ਅੱਗੇ ਆਪਣੇ ਕੋਲ 2 ਟਾਈਪ ਦਾ ਆ ਜਾਂਦਾ, ਵਾਸਤਵਿਕ ਅਤੇ ਆਦਰਸ਼ਵਾਦੀ। ਦੇਖੋ ਆਹ ਡਾਇਗਰਾਮ ਤੁਹਾਨੂੰ ਸ਼ੋਅ ਕੀਤੀ ਹੋਈ ਹੈ। ਕਹਿੰਦੇ ਅਰਥ ਸ਼ਾਸਤਰ ਦਾ ਸੁਭਾਅ, ਨੇਚਰ ਆਫ ਇਕਨੋਮਿਕਸ, ਆਪਣੇ ਕੋਲ 2 ਟਾਈਪਸ ਹੈ, ਵਿਗਿਆਨ ਅਤੇ ਕਲਾ। ਹੁਣ ਜਿਹੜੀ ਵਿਗਿਆਨ ਹੈ ਉਹ ਆਪਣੇ ਕੋਲ ਵਾਸਤਵਿਕ ਅਤੇ ਆਦਰਸ਼ਵਾਦੀ ਦੋਨੋਂ ਹੋ ਸਕਦੇ ਨੇ। ਬਟ ਇਹ ਸਾਰਾ ਕੁਝ ਇਹਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਵੀ ਕੀ ਅਰਥ ਸ਼ਾਸਤਰ ਵਿਗਿਆਨ ਹੈ। ਠੀਕ ਹੈ। ਪਰ ਇਹਦੇ ਲਈ ਕੀ ਹੈ? ਆਪਾਂ ਨੂੰ ਵਿਗਿਆਨ ਬਾਰੇ ਮਤਲਬ ਸਾਇੰਸ ਬਾਰੇ ਜਾਣਨਾ ਪਊਗਾ। ਸੋ ਸਭ ਤੋਂ ਪਹਿਲਾਂ ਸਾਇੰਸ ਕੀ ਹੈ ਅਤੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ? ਸਾਇੰਸ ਹੈ ਜੋ ਲੈਟਿਨ ਭਾਸ਼ਾ ਦੇ ਸ਼ਬਦ ਸਕਾਇਰ ਤੋਂ ਲਿੱਤਾ ਗਿਆ ਹੈ, ਜਿਹਦਾ ਮੀਨਿੰਗ ਹੁੰਦਾ ਜਾਣਨਾ। ਠੀਕ ਹੈ। ਸੋ ਕਹਿੰਦੇ ਇਹਦੇ ਵਿੱਚ ਜਾਣਨ ਤੋਂ ਭਾਵ ਕੀ ਹੁੰਦਾ? ਵੀ ਆਪਾਂ ਉਸ ਨੂੰ ਕਿਸ ਟਾਈਪ ਨਾਲ ਸਮਝਣਾ ਹੈ, ਉਹਦੇ ਕੀ ਕਾਰਨ ਨੇ, ਉਹਦੇ ਕੀ ਪ੍ਰਭਾਵ ਨੇ, ਜਾਂ ਕੀ ਸਿੱਟੇ ਨਿਕਲਣਗੇ। ਸੋ ਵਿਗਿਆਨ ਹੈ, ਗਿਆਨ ਦਾ ਕਹਿੰਦੇ ਉਹ ਵਿਵਹਾਰਕ ਰੂਪ ਹੈ ਜੋ ਕਿਸੇ ਵਿਸ਼ੇਸ਼ ਘਟਨਾ ਦੀ ਵਜ੍ਹਾ ਅਤੇ ਨਤੀਜਿਆਂ ਦੇ ਆਪਸੀ ਸੰਬੰਧ ਨੂੰ ਦਰਸਾ ਰਿਹਾ। ਸੋ ਇਸੇ ਲਈ ਜਿਵੇਂ ਹੁਣ ਆਪਾਂ ਅਰਥ ਸ਼ਾਸਤਰ ਦੇ ਵਿੱਚ ਕਹਿ ਦਿੰਦੇ ਹਾਂ, ਠੀਕ ਹੈ, ਵੀ ਕਿ ਅਗਰ ਕੀਮਤ ਵੱਧਦੀ ਹੈ ਤਾਂ ਮੰਗ ਘੱਟ ਜਾਂਦੀ ਹੈ। ਸੋ ਕਹਿੰਦੇ ਇੱਕ ਵਿਅਕਤੀ ਜਦੋਂ ਕਿਸੇ ਚੀਜ਼ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਰੀਦ ਲੈਂਦਾ ਤਾਂ ਉਸ ਚੀਜ਼ ਦੀ ਉਪਯੋਗਤਾ ਘੱਟ ਜਾਂਦੀ ਹੈ। ਸੋ ਕਹਿੰਦੇ ਇਸ ਤਰ੍ਹਾਂ ਜੋ ਆਰਥਿਕ ਕਿਰਿਆਵਾਂ ਦੇ ਸੰਬੰਧ ਵਿੱਚ ਤੱਥ ਇਕੱਠੇ ਕੀਤੇ ਜਾਂਦੇ ਨੇ, ਉਹ ਸਿਰਫ ਤੱਥਾਂ ਦਾ ਇਕੱਠ ਕਰਨਾ ਹੀ ਵਿਗਿਆਨ ਨਹੀਂ ਹੈਗਾ। ਠੀਕ ਹੈ। ਮਤਲਬ ਆਪਾਂ ਉਸ ਨੂੰ ਕਿਵੇਂ ਯੂਜ਼ ਕਰਾਂਗੇ, ਠੀਕ ਹੈ, ਉਹਨਾਂ ਦਾ ਵਰਗੀਕਰਨ ਕਿਵੇਂ ਕਰਾਂਗੇ, ਉਹਨਾਂ ਦਾ ਵਿਸ਼ਲੇਸ਼ਣ ਕਿਵੇਂ ਕਰਾਂਗੇ, ਇਹ ਸਾਰਾ ਵਿਗਿਆਨ ਦੇ ਵਿੱਚ ਕੀਤਾ ਜਾਂਦਾ। ਅੱਗੇ ਇਸ ਦੀਆਂ ਕੁਝ ਫੀਚਰਸ ਆ ਗਈਆਂ, ਵਿਗਿਆਨ ਦੀਆਂ ਵਿਸ਼ੇਸ਼ਤਾਵਾਂ। ਫਸਟ ਹੈਗਾ ਤੱਥਾਂ ਨੂੰ ਇਕੱਠਾ ਕਰਨਾ, ਕਲੈਕਸ਼ਨ ਆਫ ਫੈਕਟਸ। ਕਹਿੰਦੇ ਵਿਗਿਆਨ ਹੈ, ਜੋ ਵਿਗਿਆਨ ਹੈ ਆਪਣੇ ਕੋਲ ਉਹਦੇ ਵਿੱਚ ਕੀ ਕੀਤਾ ਜਾਂਦਾ? ਕਹਿੰਦੇ ਸਭ ਤੋਂ ਪਹਿਲਾਂ ਕਿਸੇ ਵਿਸ਼ੇ ਦੇ ਸੰਬੰਧ ਵਿੱਚ ਤੱਥਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਅਤੇ ਅਰਥ ਸ਼ਾਸਤਰ ਦੇ ਵਿੱਚ ਆਰਥਿਕ ਕਿਰਿਆਵਾਂ ਨਾਲ ਸੰਬੰਧ ਨੇ ਉਹਦੇ ਤੱਥ ਇਕੱਠੇ ਕੀਤੇ ਜਾਂਦੇ ਨੇ। ਸੋ ਕਹਿੰਦੇ ਅੱਗੇ ਸੈਕਿੰਡ ਕੀ ਉਹਦਾ ਮਾਪ, ਮੇਜ਼ਰਮੈਂਟ। ਸੋ ਕਹਿੰਦੇ ਵਿਗਿਆਨ ਦੇ ਤੱਥਾਂ ਨੂੰ ਮਾਪਣ ਦਾ ਯਤਨ ਵੀ ਕੀਤਾ ਜਾਂਦਾ ਹੈ। ਇਹਦੇ ਲਈ ਤੱਥਾਂ ਦਾ ਵਰਗੀਕਰਨ ਅਤੇ ਪ੍ਰਸਤੁਤੀਕਰਨ ਵੀ ਕੀਤਾ ਜਾਂਦਾ ਹੈ। ਠੀਕ ਹੈ। ਸੋ ਕਹਿੰਦੇ ਅਰਥ ਸ਼ਾਸਤਰ ਇਹ ਮਾਪਣ ਦਾ ਯਤਨ ਕਰਦਾ ਵੀ ਕੀਮਤ ਵਧਣ ਦੇ ਨਾਲ ਮੰਗ ਘੱਟਦੀ ਹੈ ਜਾਂ ਬੇਰੁਜ਼ਗਾਰੀ ਵੱਧਦੀ ਹੈ, ਉਹਦੀ ਸੰਖਿਆ ਕੀ ਹੈ। ਮਤਲਬ ਆਪਾਂ ਕੁਝ ਨਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਨਾ ਕੁਝ ਮਾਪਣ ਦੀ ਜੋ ਕੋਸ਼ਿਸ਼ ਹੈ ਉਹ ਕਰ ਰਹੇ ਹੁੰਦੇ ਹਾਂ। ਠੀਕ ਹੈ। ਅੱਗੇ ਆ ਗਿਆ ਆਪਣੇ ਕੋਲ ਨਿਯਮਾਂ ਦਾ ਸਪਸ਼ਟੀਕਰਨ। ਕਹਿੰਦੇ ਵਿਗਿਆਨ ਦੇ ਵੀ ਤੱਥਾਂ ਨੂੰ ਇਕੱਠਾ ਕਰਕੇ ਉਹਦਾ ਮਾਪ ਕਰਕੇ ਆਪਾਂ ਉਸ ਦੀ ਵਿਆਖਿਆ ਕਰਦੇ ਹਾਂ, ਮਤਲਬ ਉਹਨੂੰ ਐਕਸਪਲੇਨ ਕਰ ਰਹੇ ਹਾਂ। ਠੀਕ ਹੈ। ਉਹਨੂੰ ਕਹਿੰਦੇ ਕਰਮਬੱਧ ਅਧਿਐਨ ਕੀਤਾ ਜਾਂਦਾ, ਉਹਦੇ ਕਾਰਨ ਪ੍ਰਭਾਵ ਸਿੱਟੇ ਮਤਲਬ ਸਾਰਾ ਕੁਛ ਹੀ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਅਰਥ ਸ਼ਾਸਤਰ ਦੇ ਵਿੱਚ ਵੀ ਇਹੀ ਕਰਦੇ ਹਾਂ, ਕੋਈ ਵੀ ਸਿਧਾਂਤ ਹੈ ਪਹਿਲਾਂ ਉਹਦੇ ਕਾਰਨ ਦਿੰਦੇ ਹਾਂ, ਠੀਕ ਹੈ, ਉਸਨੂੰ ਅੱਛੀ ਤਰ੍ਹਾਂ ਐਕਸਪਲੇਨ ਕਰਦੇ ਹਾਂ। ਅਗਲਾ 4th ਪੁਆਇੰਟ ਆ ਗਿਆ ਸੱਚਾਈ ਦੀ ਪੜਤਾਲ ਜਾਂ ਨਿਯਮਾਂ ਦੀ ਵੈਧਤਾ ਦੀ ਸੱਚਾਈ ਕਰਨਾ, ਵੈਰੀਫਿਕੇਸ਼ਨ ਆਫ ਲਾ। ਇਹਦੇ ਵਿੱਚ ਕੀ ਹੈ? ਵਿਗਿਆਨ ਦੀ ਅੰਤਿਮ ਵਿਸ਼ੇਸ਼ਤਾ ਕੀ ਹੈ ਆਪਣੇ ਕੋਲ? ਕਹਿੰਦੇ ਵਿਗਿਆਨ ਨਿਯਮਾਂ ਨੂੰ ਵਾਸਤਵਿਕ ਜੀਵਨ ਦੇ ਵਿੱਚ ਲਾਗੂ ਕਰਕੇ ਇਹ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ ਵੀ ਠੀਕ ਹੈ ਜਾਂ ਨਹੀਂ। ਸੋ ਬਿਲਕੁਲ ਇਸੇ ਤਰ੍ਹਾਂ ਹੀ ਜੋ ਆਪਣੇ ਕੋਲ ਅਰਥ ਸ਼ਾਸਤਰ ਹੈ ਉਹਦੇ ਵਿੱਚ ਵੀ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਉਹ ਆਪਣੀ ਰੀਅਲ ਲਾਈਫ ਦੇ ਉੱਪਰ ਲਾਗੂ ਹੁੰਦਾ ਜਾਂ ਨਹੀਂ ਹੁੰਦਾ। ਠੀਕ ਹੈ ਜੀ। ਸੋ ਇਹ ਆਪਣੇ ਕੋਲ ਵਿਗਿਆਨ ਸੀਗਾ ਅਤੇ ਉਹਦੀਆਂ ਵਿਸ਼ੇਸ਼ਤਾਵਾਂ ਸੀ। ਪਰ ਵਿਗਿਆਨ ਹੈ ਕਹਿੰਦੇ ਅੱਗੇ 2 ਟਾਈਪ ਦਾ ਹੁੰਦਾ, ਕਿਹੜਾ? ਸਮਾਜਿਕ ਵਿਗਿਆਨ ਅਤੇ ਪ੍ਰਕਿਰਤਿਕ ਵਿਗਿਆਨ। ਹੁਣ ਆਪਣੇ ਕੋਲ ਜੋ ਸਮਾਜਿਕ ਵਿਗਿਆਨ ਹੈ ਸਮਾਜ ਦੇ ਨਾਲ ਰਿਲੇਟਡ ਹੁੰਦਾ, ਪ੍ਰਕਿਰਤੀ ਉਹ ਪ੍ਰਕਿਰਤੀ ਦੇ ਨਾਲ ਰਿਲੇਟਡ ਹੁੰਦਾ। ਹੁਣ ਕੁਝ ਕੁ ਇਹਨਾਂ ਨੇ
ਸਮਾਜਿਕ ਵਿਗਿਆਨ ਹੋਣ ਦੇ ਪੱਖ ਦੇ ਵਿੱਚ ਦਲੀਲਾਂ ਦਿੱਤੀਆਂ ਨੇ ਔਰ ਕੁਦਰਤੀ ਵਿਗਿਆਨ ਦੇ ਵੀ ਪੱਖ ਦੇ ਵਿੱਚ ਦਲੀਲਾਂ ਦਿੱਤੀਆਂ ਨੇ। ਸੋ ਪਹਿਲਾਂ ਆਪਾਂ ਦੱਸ ਰਹੇ ਹਾਂ ਵੀ ਜੋ ਆਪਣਾ ਅਰਥ ਸ਼ਾਸਤਰ ਹੈ ਉਹ ਸਮਾਜਿਕ ਵਿਗਿਆਨ ਹੈ। ਫਸਟ ਕੀ ਹੈ, ਕਹਿੰਦੇ ਸਿਸਟੇਮੈਟਿਕ ਸਟੱਡੀ, ਲੜੀਵਾਰ ਅਧਿਐਨ। ਕਹਿੰਦੇ ਸਮਾਜਿਕ ਵਿਗਿਆਨ ਤੋਂ ਭਾਵ ਹੁੰਦਾ ਹੈ ਵੀ ਉਹ ਵਾਲੇ ਸਾਇੰਸ ਤੋਂ ਹੁੰਦਾ ਹੈ ਜਿਹਦੇ ਵਿੱਚ ਆਪਾਂ ਲੜੀਵਾਰ ਅਧਿਐਨ ਕਰ ਰਹੇ ਹੁੰਦੇ ਹਾਂ, ਸੀਰੀਅਲ ਵਾਈਜ਼। ਸੋ ਕਹਿੰਦੇ ਜਦੋਂ ਆਪਾਂ ਦੇਖੋ ਅਰਥ ਸ਼ਾਸਤਰ ਹੈ, ਜਦੋਂ ਆਪਾਂ ਇਸ ਦਾ ਅਧਿਐਨ ਸ਼ੁਰੂ ਕਰਦੇ ਹਾਂ ਤਾਂ ਇਹਦਾ ਵੀ ਆਪਾਂ ਅਧਿਐਨ ਲੜੀਵਾਰੀ ਕਰਦੇ ਹਾਂ। ਮਤਲਬ ਆਪਾਂ ਦੱਸ ਰਹੇ ਹਾਂ ਵੀ ਉਪਭੋਗ, ਉਤਪਾਦਨ, ਵਟਾਂਦਰੇ ਦਾ ਅਧਿਐਨ ਕਰ ਰਹੇ ਹਾਂ ਸਭ ਤੋਂ ਸਟਾਰਟਿੰਗ 'ਤੇ, ਠੀਕ ਹੈ, ਵੀ ਇਹਦੇ ਸਾਰੇ ਕਿਰਿਆਵਾਂ ਨੇ ਕਿਸ ਟਾਈਪ ਦੇ ਨਾਲ ਚੱਲਦੀਆਂ ਨੇ। ਫਿਰ ਕਹਿੰਦੇ ਇਸ ਸ਼ਾਸਤਰ ਦੇ ਵਿੱਚ ਆਰਥਿਕ ਕਿਰਿਆਵਾਂ ਨਾਲ ਸੰਬੰਧਿਤ ਜੋ ਤੱਥ ਨੇ ਉਹਨਾਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਮਾਪਿਆ ਜਾਂਦਾ ਹੈ, ਠੀਕ ਹੈ। ਸੈਕਿੰਡ ਹੈਗਾ ਵਿਗਿਆਨਿਕ ਨਿਯਮ। ਸੋ ਕਹਿੰਦੇ ਅਰਥ ਸ਼ਾਸਤਰ ਦੇ ਨਿਯਮ ਨੇ, ਜਿਵੇਂ ਮੰਗ ਦਾ ਨਿਯਮ ਹੈ ਜਾਂ ਪੂਰਤੀ ਦਾ ਨਿਯਮ ਹੈ, ਇਹ ਸਾਰੇ ਵਿਗਿਆਨਿਕ ਨਿਯਮ ਨੇ। ਕਹਿੰਦੇ ਇਹ ਨਿਯਮ ਆਰਥਿਕ ਹਾਲਤਾਂ ਦੇ ਕਰਕੇ ਅਤੇ ਪਰਿਣਾਮ ਦਾ ਸੰਬੰਧ ਹੁੰਦਾ ਆਪਸ ਦੇ ਵਿੱਚ, ਵੀ ਕੀ ਇਹਦਾ ਪਰਿਣਾਮ ਹੈ ਅਤੇ ਕੀ ਇਹਦੇ ਸਿੱਟੇ ਨਿਕਲਣਗੇ। ਸੋ ਕਹਿੰਦੇ ਇਹ ਨਿਯਮ ਨੇ ਆਪਸ ਦੇ ਵਿੱਚ ਰਿਲੇਟਡ ਹੁੰਦੇ ਨੇ, ਜਿਹਦੇ ਕਰਕੇ ਆਪਾਂ ਇਹਨਾਂ ਨੂੰ ਵਿਗਿਆਨਿਕ ਨਿਯਮ ਕਹਿ ਦਿੰਦੇ ਹਾਂ। ਥਰਡ ਹੈਗਾ ਨਿਯਮਾਂ ਦੀ ਸੱਚਾਈ। ਸੋ ਕਹਿੰਦੇ ਹਰੇਕ ਜਿਹੜਾ ਵਿਗਿਆਨ ਹੈ ਆਪਣੇ ਨਿਯਮਾਂ ਦੀ ਸੱਚਾਈ ਦੀ ਪੜਚੋਲ ਵੀ ਕਰਦਾ ਹੈ। ਕਹਿੰਦੇ ਜੇਕਰ ਕੋਈ ਨਿਯਮ ਵਾਸਤਵਿਕ ਧਾਰਨਾਵਾਂ 'ਤੇ ਆਧਾਰਿਤ ਹੈ ਤਾਂ ਉਸ 'ਤੇ ਆਧਾਰਿਤ ਭਵਿੱਖਬਾਣੀਆਂ ਠੀਕ ਸਾਬਿਤ ਹੋਣਗੀਆਂ, ਤਾਂ ਕਹਿੰਦੇ ਉਸ ਨੂੰ ਸੱਚ ਵੀ ਸਮਝਿਆ ਜਾਂਦਾ ਹੈ। ਸੋ ਅਰਥ ਸ਼ਾਸਤਰ ਦੇ ਵਿੱਚ ਕਈ ਨਿਯਮ ਨੇ, ਜਿਵੇਂ ਘਟਦੇ ਪ੍ਰਤੀਫਲ ਦਾ ਨਿਯਮ ਹੈ, ਘਟਦੀ ਸੀਮਾਂਤ ਦ੍ਰਿਸ਼ਟੀਕੋਣ ਦਾ ਨਿਯਮ ਹੈ, ਵਾਸਤਵਿਕ ਘਟਨਾਵਾਂ ਨੇ, ਠੀਕ ਹੈ, ਇਹ ਸਾਰੇ ਸੱਚ ਮੰਨੇ ਜਾਂਦੇ ਨੇ। ਜਿਹਦੇ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਵੀ ਜੋ ਆਪਣਾ ਅਰਥ ਸ਼ਾਸਤਰ ਹੈ ਇੱਕ ਸਮਾਜਿਕ ਵਿਗਿਆਨ ਹੈ। ਅਗਲਾ ਆ ਗਿਆ ਤੁਹਾਡੇ ਕੋਲੇ ਅਰਥ ਸ਼ਾਸਤਰ ਦੇ ਕੁਦਰਤੀ ਵਿਗਿਆਨ ਹੋਣ ਦੇ ਵਿਰੋਧ ਦੇ ਵਿੱਚ ਦਲੀਲਾਂ, ਵੀ ਜੋ ਆਪਣਾ ਇਕਨੋਮਿਕਸ ਹੈ ਉਹ ਨੈਚੁਰਲ ਸਾਇੰਸ ਨਹੀਂ ਹੈ। ਦੇਖੋ ਨੈਚੁਰਲ ਸਾਇੰਸ ਕੀ ਹੈ, ਵੀ ਜੋ ਪ੍ਰਕਿਰਤੀ ਦੇ ਤੌਰ 'ਤੇ ਹੈ ਉਹ ਸਹੀ ਲਾਗੂ ਹੋਊਗਾ ਹਰ ਇੱਕ ਜਗ੍ਹਾ 'ਤੇ, ਬਟ ਅਰਥ ਸ਼ਾਸਤਰ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਜਿਵੇਂ ਫਸਟ ਪੁਆਇੰਟ ਹੈ, ਕਹਿੰਦੇ ਅਰਥ ਸ਼ਾਸਤਰੀਆਂ ਦੇ ਵਿੱਚ ਮਤਭੇਦ। ਕਹਿੰਦੇ ਅਰਥ ਸ਼ਾਸਤਰੀਆਂ ਦੇ ਵਿੱਚ ਵਧੇਰੇ ਆਰਥਿਕ ਸਮੱਸਿਆ ਵਿੱਚ ਮਤਭੇਦ ਪਾਏ ਜਾਂਦੇ ਨੇ। ਇਹਦੇ ਉਲਟ ਪ੍ਰਕਿਰਤੀ ਵਿਗਿਆਨੀਆਂ ਦੇ ਵਿੱਚ ਆਪਣੇ ਵਿਸ਼ੇ ਸੰਬੰਧ ਬਹੁਤ ਘੱਟ ਮਤਭੇਦ ਨੇ, ਕਿਉਂਕਿ ਪ੍ਰਕਿਰਤੀ ਵਿੱਚ ਜਿਹੜਾ ਜੋ ਵੀ ਕੁਝ ਹੈ ਉਹ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੈ। ਪਰ ਅਰਥ ਸ਼ਾਸਤਰ ਦੇ ਵਿੱਚ ਸਭ ਦੇ ਵਿਚਾਰ ਅਲੱਗ-ਅਲੱਗ ਹੋਣਗੇ, ਠੀਕ ਹੈ। ਸੈਕਿੰਡ ਹੈਗਾ ਨਿਸ਼ਚਿਤ ਨਿਯਮ। ਹੁਣ ਜੋ ਪ੍ਰਕਿਰਤੀ ਦੇ ਨਿਯਮ ਨੇ ਉਹ ਕੀ ਨੇ, ਆਪਣੇ ਕੋਲ ਨਿਸ਼ਚਿਤ ਹੁੰਦੇ ਨੇ, ਜਿਵੇਂ ਲਾ ਆਫ ਗ੍ਰੈਵੀਟੇਸ਼ਨ ਹੈ, ਠੀਕ ਹੈ। ਇੱਕ ਨਿਸ਼ਚਿਤ ਨਿਯਮ ਹੈ ਵੀ ਅਗਰ ਕੋਈ ਆਪਾਂ ਚੀਜ਼ ਉੱਪਰ ਵੱਲ ਨੂੰ ਸੁੱਟੀ ਜਾਂਦੀ ਹੈ ਤਾਂ ਹੇਠਾਂ ਵੱਲ ਨੂੰ ਜ਼ਰੂਰ ਆਊਗੀ। ਬਟ ਇਹਦੇ ਵਿੱਚ ਜਿਹੜਾ ਅਰਥ ਸ਼ਾਸਤਰ ਹੈ ਇਹਦੇ ਵਿੱਚ ਕੋਈ ਵੀ ਨਿਯਮ ਇਸ ਟਾਈਪ ਦੇ ਨਾਲ ਨਿਸ਼ਚਿਤ ਨਹੀਂ ਹੁੰਦਾ। ਹੁਣ ਜਿਵੇਂ ਮੰਗ ਦਾ ਨਿਯਮ ਹੀ ਹੈ, ਕਹਿੰਦੇ ਸਿਰਫ ਤਾਂ ਹੀ ਲਾਗੂ ਹੁੰਦਾ ਹੈ ਜੇ ਉਪਭੋਗਤਾ ਦੀ ਆਮਦਨ, ਫੈਸ਼ਨ, ਠੀਕ ਹੈ, ਮਤਲਬ ਇਹ ਜਿਹੜੇ ਤੱਤ ਨੇ ਅਗਰ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਊਗੀ, ਇਹ ਸਿਰਫ ਤਾਂ ਲਾਗੂ ਹੁੰਦਾ, ਠੀਕ ਹੈ ਜੀ। ਅੱਗੇ ਆਪਣੇ ਕੋਲ ਸੈਕਿੰਡ ਪੁਆਇੰਟ ਆ ਗਿਆ ਸਰਵ ਵਿਆਪੀ ਨਿਯਮ। ਕਹਿੰਦੇ ਪ੍ਰਕਿਰਤੀ ਵਿਗਿਆਨਾਂ ਦੇ ਨਿਯਮ ਹੈ ਜਿਹੜਾ ਸਰਵ ਵਿਆਪੀ ਹੁੰਦੇ ਨੇ, ਮਤਲਬ ਹਰ ਇੱਕ ਜਗ੍ਹਾ ਦੇ ਉੱਪਰ ਲਾਗੂ ਹੁੰਦੇ ਨੇ। ਪਰ ਅਰਥ ਸ਼ਾਸਤਰ ਦੇ ਜੋ ਨਿਯਮ ਨੇ ਉਹ ਸਰਵ ਵਿਆਪੀ ਨਹੀਂ ਹੁੰਦੇ, ਹਰੇਕ ਸਮੇਂ ਦੇ ਉੱਪਰ ਇਹ ਲਾਗੂ ਨਹੀਂ ਹੁੰਦੇ। ਫੋਰਥ ਹੈਗਾ ਆਪਣੇ ਕੋਲ ਨਿਯਮ ਦੀ ਸੱਚਾਈ ਦੀ ਪੜਚੋਲ, ਵੈਰੀਫਿਕੇਸ਼ਨ ਆਫ ਟਰੁਥਸ। ਕਹਿੰਦੇ ਜੋ ਪ੍ਰਕਿਰਤੀ ਵਿਗਿਆਨੀ ਹੈ ਇਹਨਾਂ ਨੂੰ ਆਪਾਂ ਇਹਨਾਂ ਦਾ ਐਕਸਪੈਰੀਮੈਂਟ ਕਰ ਸਕਦੇ ਹਾਂ, ਠੀਕ ਹੈ, ਪ੍ਰਯੋਗਸ਼ਾਲਾ ਦੇ ਵਿੱਚ ਆਪਾਂ ਇਹਨਾਂ ਦਾ ਐਕਸਪੈਰੀਮੈਂਟ ਕਰ ਸਕਦੇ ਹਾਂ। ਪਰ ਜੋ ਆਪਣੇ ਕੋਲ ਅਰਥ ਸ਼ਾਸਤਰ ਦੇ ਨਿਯਮ ਨੇ ਆਪਾਂ ਇਹਨਾਂ ਦੇ ਜੋ ਪ੍ਰਯੋਗਸ਼ਾਲਾ ਨਹੀਂ ਹੁੰਦੀ ਔਰ ਨਾ ਹੀ ਆਪਾਂ ਇਹਨਾਂ ਦੀ ਕੋਈ ਐਕਸਪੈਰੀਮੈਂਟ ਕਰ ਸਕਦੇ, ਠੀਕ ਹੈ। ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜੋ ਆਪਣੇ ਕੋਲ ਅਰਥ ਸ਼ਾਸਤਰ ਹੈ ਪ੍ਰਕਿਰਤਿਕ ਵਿਗਿਆਨ ਨਹੀਂ ਹੈ, ਇੱਕ ਸਮਾਜਿਕ ਵਿਗਿਆਨ ਹੈ। ਅੱਗੇ ਆ ਗਿਆ ਆਪਣੇ ਕੋਲ ਇਹ ਕਹਿੰਦੇ ਕੀ ਅਰਥ ਸ਼ਾਸਤਰ ਸਿਰਫ ਵਾਸਤਵਿਕ ਵਿਗਿਆਨ ਹੈ ਜਾਂ ਆਦਰਸ਼ਾਤਮਕ ਵਿਗਿਆਨ, ਵੀ ਇਜ਼ ਇਕਨੋਮਿਕਸ ਓਨਲੀ ਪੋਜ਼ੀਟਿਵ ਸਾਇੰਸ ਔਰ ਨੋਰਮੇਟਿਵ ਸਾਇੰਸ। ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਦਾ ਮੀਨਿੰਗ ਸਮਝਣਾ ਪਊਗਾ। ਫਸਟ ਆ ਗਿਆ ਜੀ ਇਕਨੋਮਿਕਸ ਇਜ਼ ਏ ਪੋਜ਼ੀਟਿਵ ਸਾਇੰਸ। ਪੋਜ਼ੀਟਿਵ ਸਾਇੰਸ ਆਪਣੇ ਕੋਲ ਮਤਲਬ ਵਾਸਤਵਿਕ ਵਿਗਿਆਨ ਆਪਣੇ ਕੋਲ ਕੀ ਹੁੰਦਾ ਹੈ, ਵਾਸਤਵਿਕ ਵਿਗਿਆਨ ਹੈ ਕਹਿੰਦੇ ਜੋ ਕਿਸੇ ਘਟਨਾ ਦੇ ਨਿਸ਼ਚਿਤ ਵਰਣਨ ਤੱਕ ਸੀਮਿਤ ਰਹਿੰਦਾ ਹੈ। ਇਹ ਇਸ ਦੀ ਵਿਆਖਿਆ ਕਰਦਾ ਹੈ ਵੀ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਦੇ ਕੀ ਅਰਥ ਅਤੇ ਪ੍ਰਭਾਵ ਹੋਣਗੇ। ਕਹਿਣ ਦਾ ਭਾਵ ਜੋ ਵਾਸਤਵਿਕ ਵਿਗਿਆਨ ਹੈ ਕਰਮਬੱਧ ਗਿਆਨ ਦਾ ਉਹ ਭੰਡਾਰ ਹੈ ਜੋ ਕੀ ਹੈ ਇਹਦੇ ਨਾਲ ਸੰਬੰਧਿਤ ਹੈ, ਠੀਕ ਹੈ। ਵੀ ਆਪਾਂ ਇਹਦੇ ਵਿੱਚ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਹੈ, ਠੀਕ ਹੈ। ਇਹਦਾ ਅਧਿਐਨ ਤੋਂ ਕਹਿੰਦੇ ਆਪਾਂ ਨੂੰ ਇਹ ਨਹੀਂ ਪਤਾ ਚੱਲਦਾ ਵੀ ਕੀ ਹੋਣਾ ਚਾਹੀਦਾ, ਕਿਉਂਕਿ ਜਦੋਂ ਹੋਣਾ ਚਾਹੀਦਾ ਆ ਗਿਆ ਤਾਂ ਆਪਾਂ ਉਹਨੂੰ ਆਦਰਸ਼ਵਾਦੀ ਕਹਿ ਸਕਦੇ ਹੁੰਦੇ ਉਸ ਟਾਈਮ। ਸੋ ਇਹਨਾਂ ਦੇ ਕੁਝ ਅਰਥ ਸ਼ਾਸਤਰੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਹੋਏ ਨੇ, ਜਿਹਦੇ ਵੀ ਅਕੋਰਡਿੰਗ ਕੀ ਹੈ ਵੀ ਅਰਥ ਸ਼ਾਸਤਰ ਦਾ ਸੰਬੰਧ ਹੈ ਇਸ ਗੱਲ ਦਾ ਅਧਿਐਨ ਕਰਨ ਦੇ ਨਾਲ ਹੈ ਵੀ ਆਰਥਿਕ ਕਿਰਿਆਵਾਂ ਕੀ ਨੇ, ਕੀ ਸਨ ਅਤੇ ਕੀ ਹੋਣਗੀਆਂ, ਠੀਕ ਹੈ। ਕਹਿੰਦੇ ਸਿਰਫ ਇਹ ਤੋਂ ਇਹ ਪਤਾ ਚੱਲਦਾ ਵੀ ਮਜ਼ਦੂਰੀ ਦੀ ਦਰ ਕੀ ਹੈ, ਕਿਵੇਂ ਨਿਰਧਾਰਿਤ ਹੁੰਦੀ ਹੈ, ਇਹ ਤੋਂ ਇਹ ਪਤਾ ਨਹੀਂ ਚੱਲਦਾ ਵੀ ਕੀ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਜਿਹਦੇ ਕਰਕੇ ਆਪਾਂ ਇਹਨੂੰ ਵਾਸਤਵਿਕ ਵਿਗਿਆਨ ਕਹਿ ਦਿੰਦੇ ਹਾਂ।
ਸੋ ਕਹਿੰਦੇ ਅਰਥ ਸ਼ਾਸਤਰ ਦੇ ਵਾਸਤਵਿਕ ਵਿਗਿਆਨ ਹੋਣ ਦੇ ਕੁਝ ਇਹਨਾਂ ਨੇ ਪੱਖ ਦੇ ਵਿੱਚ ਦਲੀਲਾਂ ਦਿੱਤੀਆਂ ਹੋਈਆਂ ਨੇ, ਜਿਵੇਂ ਜ਼ਿਆਦਾਤਰ ਤਰਕ ਸੰਗਤ ਹੈ। ਕਹਿੰਦੇ ਜੋ ਆਪਣੇ ਕੋਲ ਵਾਸਤਵਿਕ ਵਿਗਿਆਨ ਹੈ ਉਹ ਕੀ ਹੈ, ਜ਼ਿਆਦਾਤਰ ਤਰਕ ਸੰਗਤ ਹੈ। ਕਹਿਣ ਦਾ ਭਾਵ ਵੀ ਆਪਾਂ ਇਸ ਦਾ ਤਰਕ ਕਰ ਸਕਦੇ ਹਾਂ, ਠੀਕ ਹੈ। ਮਤਲਬ ਇਹ ਕਠੋਰ ਅਤੇ ਸ਼ੱਕ ਤੋਂ ਰਹਿਤ ਹੁੰਦਾ ਹੈ। ਕਹਿੰਦੇ ਕਿਉਂਕਿ ਇਹਦੇ ਵਿੱਚ ਜੋ ਕਾਰਨ ਨੇ, ਜੋ ਪ੍ਰਭਾਵ ਨੇ, ਉਹਨਾਂ ਦੇ ਵਿੱਚ ਜੋ ਸੰਬੰਧ ਪਾਏ ਜਾਂਦੇ ਨੇ ਉਹ ਆਪਣੇ ਕੋਲ ਕੀ ਹੈ, ਵਾਸਤਵਿਕ ਵਿਗਿਆਨ ਦੇ ਅਕੋਰਡਿੰਗ ਹੀ ਨੇ। ਸੈਕਿੰਡ ਹੈਗਾ ਜ਼ਿਆਦਾ ਨਿਪੁੰਨਤਾ। ਕਹਿੰਦੇ ਹਰੇਕ ਸਮੱਸਿਆ ਦੀ ਵਾਸਤਵਿਕਤਾ ਅਤੇ ਆਦਰਸ਼ਵਾਦੀ ਪਹਿਲੂ ਹੈ ਜਿਹੜੀ ਉਹ ਜ਼ਿਆਦਾ ਨਿਪੁੰਨ ਹੁੰਦੇ ਨੇ। ਕਹਿੰਦੇ ਇਸ ਦਾ ਅਧਿਐਨ ਵੱਖ-ਵੱਖ ਕੀਤਾ ਜਾ ਸਕਦਾ, ਠੀਕ ਹੈ। ਇਹਨੂੰ ਆਪਾਂ ਕਈ ਹਿੱਸਿਆਂ ਦੇ ਵਿੱਚ ਡਿਵਾਈਡ ਵੀ ਕਰ ਸਕਦੇ, ਜੋ ਕਿਰਤ ਵਿਭਾਜਨ ਹੈ ਆਪਣੇ ਕੋਲੇ। ਸੋ ਕਹਿੰਦੇ ਹਰੇਕ ਹਿੱਸੇ ਦੇ ਵੱਖ-ਵੱਖ ਕਿਰਤੀ ਹੁੰਦੇ ਨੇ। ਇਹਦੇ ਸਿੱਟੇ ਵਜੋਂ ਉਹਨਾਂ ਦੇ ਆਪਣੇ ਆਪਣੇ ਕੰਮਾਂ ਦੇ ਵਿੱਚ ਮਾਹਿਰ ਹੁੰਦੇ ਨੇ, ਉਹਨਾਂ ਦੀ ਆਪਣੀ ਆਪਣੀ ਆਰਥਿਕ ਕਿਰਿਆਵਾਂ ਹੁੰਦੀਆਂ ਨੇ, ਠੀਕ ਹੈ। ਕੋਈ ਕੰਮ ਜ਼ਿਆਦਾ ਵਧੀਆ ਕਰਦਾ, ਕੋਈ ਘੱਟ ਵਧੀਆ ਕਰਦਾ, ਜਿਹਦੇ ਕਰਕੇ ਆਪਣੇ ਕੋਲ ਮੋਰ ਐਫੀਸ਼ੀਐਂਸੀ ਬਾਰੇ ਪਤਾ ਲੱਗਦਾ ਹੈ। ਥਰਡ ਹੈਗਾ ਵਧੇਰੇ ਇਕਸਾਰਤਾ। ਕਹਿੰਦੇ ਜੇਕਰ ਅਰਥ ਸ਼ਾਸਤਰ ਦੇ ਵਿੱਚ ਸਿਰਫ ਆਰਥਿਕ ਕਿਰਿਆਵਾਂ ਦੀ ਵਾਸਤਵਿਕਤਾ ਦਾ ਅਧਿਐਨ ਕੀਤਾ ਜਾਊਗਾ ਤਾਂ ਅਰਥ ਸ਼ਾਸਤਰ ਵਿੱਚ ਮਤਭੇਦ ਨੇ ਘੱਟ ਹੋਣਗੇ ਅਤੇ ਉਹਨਾਂ ਦੇ ਵਿੱਚ ਵਧੇਰੇ ਇਕਰਾਰ ਪਾਇਆ ਜਾ ਸਕਦਾ ਹੈ। ਨਤੀਜੇ ਵਜੋਂ ਅਰਥ ਸ਼ਾਸਤਰ ਦਾ ਵਿਕਾਸ ਹੈ ਤੇਜ਼ੀ ਨਾਲ ਹੋਊਗਾ, ਠੀਕ ਹੈ ਜੀ। ਅੱਗੇ ਹੈਗਾ ਜ਼ਿਆਦਾ ਨਿਰਪੱਖਤਾ, ਮੋਰ ਨਿਊਟਰਲਿਟੀ। ਕਹਿੰਦੇ ਜੇਕਰ ਅਰਥ ਸ਼ਾਸਤਰੀ ਕੀ ਹੈ ਅਤੇ ਕੀ ਹੋਣਾ ਚਾਹੀਦਾ, ਦੋਨੇ ਧਾਰਨਾਵਾਂ ਦਾ ਇਕੱਠਾ ਗਿਆਨ ਪ੍ਰਾਪਤ ਕਰੂਗਾ ਤਾਂ ਉਹ ਨਿਰਪੱਖ ਨਹੀਂ ਰਹਿ ਸਕਦਾ। ਵੀ ਜਿਹਦੇ ਕਰਕੇ ਅਗਰ ਇਕੱਲਾ ਵਾਸਤਵਿਕ ਵਿਗਿਆਨ ਬਾਰੇ ਅਧਿਐਨ ਕਰਦੇ ਹਾਂ ਤਾਂ ਆਪਾਂ ਨੂੰ ਸਹੀ ਗਿਆਨ ਪ੍ਰਾਪਤ ਹੁੰਦਾ ਹੈ। ਅੱਗੇ ਹੈਗਾ ਸਿਧਾਂਤਾਂ ਦੀ ਰਚਨਾ, ਫਾਰਮੂਲੇਸ਼ਨ ਆਫ ਥਿਊਰੀਜ਼। ਕਹਿੰਦੇ ਜਿਹੜਾ ਇਹ ਸਿਧਾਂਤ ਹੈ ਆਪਣੇ ਕੋਲੇ ਮਹੱਤਵਪੂਰਨ ਤੱਥ ਦੇ ਆਪਸੀ ਸੰਬੰਧ ਨੂੰ ਦਰਸਾਉਂਦਾ ਹੈ। ਜਿਵੇਂ ਮੰਗ ਦਾ ਸਿਧਾਂਤ ਹੈ, ਇਹ ਕੀਮਤ ਅਤੇ ਮੰਗ ਦੇ ਸੰਬੰਧ ਨੂੰ ਦਰਸਾ ਰਿਹਾ ਹੈ। ਵੀ ਆਪਾਂ ਰਿਲੇਸ਼ਨ ਦੱਸ ਰਹੇ ਵੀ ਇਹਨਾਂ ਦੇ ਵਿੱਚ ਕੀ ਰਿਲੇਸ਼ਨ ਬਣ ਰਿਹਾ, ਠੀਕ ਹੈ। ਇਹਦਾ ਸੰਬੰਧ ਹੈ ਕਹਿੰਦੇ ਕੋਈ ਚੰਗਿਆਈ ਜਾਂ ਬੁਰਿਆਈ ਨਾਲ ਨਹੀਂ ਹੁੰਦਾ। ਇਹ ਤਾਂ ਸੀਗਾ ਆਪਣੇ ਕੋਲੇ ਪੋਜ਼ੀਟਿਵ ਸਾਇੰਸ। ਅੱਗੇ ਆ ਗਿਆ ਆਪਣੇ ਕੋਲ ਅਰਥ ਸ਼ਾਸਤਰ ਇੱਕ ਆਦਰਸ਼ਾਤਮਕ ਵਿਗਿਆਨ, ਇਕਨੋਮਿਕਸ ਇਜ਼ ਆਲਸੋ ਨੋਰਮੇਟਿਵ ਸਾਇੰਸ। ਕਹਿੰਦੇ ਕੁਝ ਅਰਥ ਸ਼ਾਸਤਰੀਆਂ ਨੇ ਜੋ ਅਰਥ ਸ਼ਾਸਤਰ ਹੈ ਉਹਨੂੰ ਇੱਕ ਆਦਰਸ਼ਵਾਦੀ ਵਿਗਿਆਨ ਵੀ ਕਿਹਾ ਹੈ। ਆਦਰਸ਼ਵਾਦੀ ਕੀ ਹੈ ਵੀ ਜਿਹਦੇ ਵਿੱਚ ਇਹਨਾਂ ਦੇ ਕੁਝ ਆਦਰਸ਼, ਕੁਝ ਰੂਲ, ਕੁਝ ਨਿਯਮ ਪਾਏ ਜਾਂਦੇ ਨੇ। ਕਹਿੰਦੇ ਇੱਕ ਆਦਰਸ਼ਵਾਦੀ ਵਿਗਿਆਨ ਜਾਂ ਨਿਯੰਤਰਿਤ ਵਿਗਿਆਨ ਵਿਵਹਾਰਿਕ ਗਿਆਨ ਦੀ ਉਹ ਵਿਧੀ ਹੈ ਜਿਸ ਦਾ ਕੀ ਹੋਣਾ ਚਾਹੀਦਾ ਦੇ ਸਿਧਾਂਤ ਨਾਲ ਸੰਬੰਧ ਹੈ। ਸੋ ਕਹਿੰਦੇ ਇਹ ਵਿਗਿਆਨ ਹੈ ਵਾਸਤਵਿਕਤਾ ਦੀ ਥਾਂ 'ਤੇ ਆਦਰਸ਼ ਨਾਲ ਸੰਬੰਧਿਤ ਹੈ। ਆਦਰਸ਼ ਦਾ ਮਤਲਬ ਵੀ ਜਦੋਂ ਆਪਣੀ ਲਾਈਫ ਦੇ ਕੁਝ ਰੂਲ ਬਣ ਜਾਂਦੇ ਨੇ ਵੀ ਆਹ ਚੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਉਹਨੂੰ ਆਦਰਸ਼ਵਾਦੀ ਕਹਿ ਦਿੰਦੇ ਹਾਂ, ਠੀਕ ਹੈ। ਵੀ ਆਪਣਾ ਕੁਝ ਉਦੇਸ਼ ਹੋ ਜਾਂਦਾ ਜਦੋਂ। ਸੋ ਕਹਿੰਦੇ ਆਦਰਸ਼ਵਾਦੀ ਵਿਗਿਆਨ ਦਾ ਮੁੱਖ ਉਦੇਸ਼ ਹੈ ਟੀਚਿਆਂ ਦਾ ਨਿਰੂਪਣ ਕਰਨਾ, ਠੀਕ ਹੈ ਰਾਜੇ। ਹੁਣ ਇਹਦੇ ਪੱਖ ਦੇ ਵਿੱਚ ਕੁਝ ਦਲੀਲਾਂ ਦਿੱਤੀਆਂ ਹੋਈਆਂ ਨੇ ਆਦਰਸ਼ਵਾਦੀ ਵਿਗਿਆਨ ਦੇ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਇਹ ਜਾਣਨ ਬਾਰੇ ਪਤਾ ਲੱਗਦਾ ਹੈ ਵੀ ਕੀ ਕੁਝ ਗਲਤ ਹੈ ਅਤੇ ਕੀ ਕੁਝ ਸਹੀ ਹੈ। ਸੋ ਇਹਦੇ ਪੱਖ ਦੇ ਵਿੱਚ ਕੁਝ ਦਲੀਲਾਂ ਨੇ। ਫਸਟ ਹੈਗਾ ਜ਼ਿਆਦਾ ਵਿਵਹਾਰਕ। ਕਹਿੰਦੇ ਜੋ ਅਰਥ ਸ਼ਾਸਤਰ ਹੈ ਉਹ ਵਿਅਕਤੀ ਦੇ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦਾ ਹੈ, ਠੀਕ ਹੈ। ਜਿਹਦੇ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਵੀ ਇਹ ਅਰਥ ਸ਼ਾਸਤਰ ਨੂੰ ਜ਼ਿਆਦਾ ਵਿਵਹਾਰਕ ਬਣਾ ਦਿੰਦਾ ਹੈ। ਇਹਦੇ ਵਿੱਚ ਵਿਅਕਤੀ ਦੇ ਭਾਵਨਾਵਾਂ ਬਾਰੇ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਸੈਕਿੰਡ ਹੈਗਾ ਵਧੇਰੇ ਲਾਭਦਾਇਕ। ਕਹਿੰਦੇ ਜੋ ਅਰਥ ਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਸੋ ਇਸ ਨੂੰ ਵਿਅਕਤੀ ਦੇ ਆਰਥਿਕ ਕਲਿਆਣ ਦੇ ਵਿੱਚ ਵਾਧਾ ਕਰਨ ਦੇ ਸੰਬੰਧ ਦੇ ਵਿੱਚ ਸੁਝਾਅ ਵੀ ਦੇਣੇ ਚਾਹੀਦੇ ਨੇ। ਸੋ ਸੁਝਾਅ ਦਾ ਮਤਲਬ ਵੀ ਆਪਾਂ ਦੱਸਦੇ ਹਾਂ ਵੀ ਕੀ ਹੋਣਾ ਚਾਹੀਦਾ ਅਤੇ ਕੀ ਨਹੀਂ ਹੋਣਾ ਚਾਹੀਦਾ, ਵੀ ਕਿਹੜਾ ਆਪਣੇ ਲਈ ਲਾਭਦਾਇਕ ਹੈ ਅਤੇ ਕੀ ਆਪਣੇ ਲਈ ਲਾਭਦਾਇਕ ਨਹੀਂ ਹੈਗਾ। ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜੋ ਆਦਰਸ਼ਵਾਦੀ ਵਿਗਿਆਨ ਹੈ ਉਹ ਜ਼ਿਆਦਾ ਬੈਸਟ ਹੈ। ਅੱਗੇ ਥਰਡ ਆ ਗਿਆ ਵਧੇਰੇ ਬੱਚਤਪੂਰਨ, ਮੋਰ ਇਕਨੋਮਿਕਲ। ਕਹਿੰਦੇ ਜੇਕਰ ਅਰਥ ਸ਼ਾਸਤਰੀ ਆਰਥਿਕ ਸਮੱਸਿਆ ਤੱਥਾਂ ਦਾ ਅਧਿਐਨ ਕਰਨ ਦੇ ਨਾਲ ਉਹਨਾਂ ਦੇ ਆਧਾਰ 'ਤੇ ਆਰਥਿਕ ਨੀਤੀਆਂ ਵੀ ਬਣਾਊਗਾ ਤਾਂ ਉਸਦੇ ਕਹਿੰਦੇ ਇਸ ਕੰਮ ਦੇ ਵਿੱਚ ਸਮੇਂ ਦੀ ਜ਼ਿਆਦਾ ਬੱਚਤ ਹੋਊਗੀ, ਠੀਕ ਹੈ। ਵੀ ਅਗਰ ਆਪਾਂ ਕਿਸੇ ਵੀ ਗੱਲ ਦੇ ਕੁਝ ਨਿਯਮ, ਕੁਝ ਰੂਲ, ਕੁਝ ਨੀਤੀਆਂ ਬਣਾ ਦਿੰਦੇ ਹਾਂ ਤਾਂ ਆਪਣੇ ਕੋਲ ਟਾਈਮ ਦੀ ਬੱਚਤ ਹੁੰਦੀ ਹੈ, ਠੀਕ ਹੈ, ਜਿਹੜਾ ਕਿ ਜ਼ਿਆਦਾ ਫਾਇਦਾ ਹੋਊਗਾ। ਅੱਗੇ ਅਸਲੀਅਤ ਦੇ ਵਧੇਰੇ ਨੇੜੇ। ਹੁਣ ਜੋ ਆਦਰਸ਼ਵਾਦੀ ਵਿਗਿਆਨ ਹੈ ਉਹ ਕੀ ਹੈ, ਅਸਲੀਅਤ ਦੇ ਜ਼ਿਆਦਾ ਨੇੜੇ ਹੈ। ਕਹਿੰਦੇ ਅਰਥ ਸ਼ਾਸਤਰ ਵੀ ਸ਼ੁਰੂ ਤੋਂ ਹੀ ਆਰਥਿਕ ਵਿਕਾਸ ਦੇ ਸੰਬੰਧ ਵਿੱਚ ਅਧਿਐਨ ਕੀਤਾ ਜਾ ਰਿਹਾ ਹੈ। ਸੋ ਆਧੁਨਿਕ ਯੁੱਗ ਦੇ ਵਿੱਚ ਆਰਥਿਕ ਨਿਯੋਜਨ ਅਤੇ ਆਰਥਿਕ ਵਿਕਾਸ ਨਾਲ ਸੰਬੰਧਿਤ ਸਮੱਸਿਆਵਾਂ ਦਾ ਅਧਿਐਨ ਕੀਤਾ ਜਾ ਚੁੱਕਿਆ, ਠੀਕ ਹੈ। ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜੋ ਆਦਰਸ਼ਵਾਦੀ ਵਿਗਿਆਨ ਹੈ ਉਹ ਅਸਲੀਅਤ ਦੇ ਜ਼ਿਆਦਾ ਨੇੜੇ ਹੈ। ਸੋ ਅਰਥ ਸ਼ਾਸਤਰ ਕਹਿੰਦੇ ਵਾਸਤਵਿਕ ਅਤੇ ਆਦਰਸ਼ਵਾਦੀ ਦੋਹਾਂ ਕਿਸਮਾਂ ਦਾ ਵਿਗਿਆਨ ਹੈ। ਲਾਸਟ 'ਤੇ ਆਪਾਂ ਕਹਿ ਸਕਦੇ ਹਾਂ। ਹੁਣ ਆ ਗਿਆ ਤੁਹਾਡੇ ਕੋਲ ਅੱਗੇ ਕੀ ਅਰਥ ਸ਼ਾਸਤਰ ਇੱਕ ਕਲਾ ਹੈ। ਕਹਿੰਦੇ ਅਰਥ ਸ਼ਾਸਤਰ ਇੱਕ ਕਲਾ ਹੈ ਜਾਂ ਨਹੀਂ, ਇਸ ਸੰਬੰਧ ਦੇ ਵਿੱਚ ਅਰਥ ਸ਼ਾਸਤਰ ਵਿੱਚ ਮਤਭੇਦ ਪਾਏ ਜਾਂਦੇ ਨੇ। ਕਹਿੰਦੇ ਕੁਝ ਅਰਥ ਸ਼ਾਸਤਰੀ ਇਹਨੂੰ ਕਹਿ ਰਹੇ ਨੇ ਵੀ ਕਲਾ ਹੈ, ਕੁਝ ਕਹਿ ਰਹੇ ਨੇ ਨਹੀਂ ਹੈ। ਹੁਣ ਕਲਾ ਅਸਲ ਦੇ ਵਿੱਚ ਹੁੰਦਾ ਕੀ ਹੈ? ਕਹਿੰਦੇ ਕਲਾ ਦਾ ਮੀਨਿੰਗ ਕੀ ਹੁੰਦਾ ਹੈ? ਕਹਿੰਦੇ ਵਿਗਿਆਨ ਦਾ ਸੰਬੰਧ ਤਾਂ ਜਾਣਨ ਨਾਲ ਹੁੰਦਾ ਹੈ, ਪਰ ਕਲਾ ਦਾ ਸੰਬੰਧ ਕੰਮ ਦੇ ਨਾਲ ਹੁੰਦਾ ਹੈ। ਕਹਿੰਦੇ ਕਿਸੇ ਨਿਸ਼ਚਿਤ ਉਦੇਸ਼ ਦੀ ਪ੍ਰਾਪਤੀ ਦੇ ਲਈ ਗਿਆਨ ਦੀ ਵਿਵਹਾਰਕ ਵਰਤੋਂ ਹੀ ਕਲਾ ਕਹਾਉਂਦੀ ਹੈ
ਆਰਟ ਇਜ਼ ਪ੍ਰੈਕਟੀਕਲ ਐਪਲੀਕੇਸ਼ਨ ਆਫ ਨੌਲੇਜ ਫॉर ਅਚੀਵਿੰਗ ਡੈਫੀਨਾਈਟ ਐਂਡਸ। ਠੀਕ ਹੈ। ਸੋ ਕਲਾ ਕੀ ਹੈ? ਉਹਨਾਂ ਤਰੀਕਿਆਂ ਦੀ ਪ੍ਰਣਾਲੀ ਹੈ ਜਿਨ੍ਹਾਂ ਦੇ ਰਾਹੀਂ ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਹੁਣ ਜਿਵੇਂ ਆਪਣੇ ਦੇਸ਼ ਦੀ ਸਰਕਾਰ ਹੈ, ਠੀਕ ਹੈ, ਉਹ ਇਸ ਟਾਈਪ ਦੀਆਂ ਆਰਥਿਕ ਨੀਤੀਆਂ ਅਪਣਾਊਗੀ ਤਾਂ ਕਿ ਆਪਣੇ ਦੇਸ਼ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ, ਜਿਨ੍ਹਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਸਰਕਾਰ ਦੀ ਇਹ ਇੱਕ ਕਲਾ ਹੈ। ਠੀਕ ਹੈ। ਹੁਣ ਅੱਗੇ ਤੁਹਾਨੂੰ ਕਲਾ ਦੇ ਪੱਖ ਦੇ ਵਿੱਚ ਕੁਝ ਦਲੀਲਾਂ ਨੇ, ਆਰਗੂਮੈਂਟਸ ਦਿੱਤੇ ਹੋਏ ਨੇ ਇਹਦੇ ਫੇਵਰ ਦੇ ਵਿੱਚ। ਫਸਟ ਕੀ ਹੈ, ਕਹਿੰਦੇ ਕਈ ਅਰਥਸ਼ਾਸਤਰੀ ਨੇ ਜੋ ਇਸਦੇ ਕੁਛ ਇਹਨੂੰ ਕਲਾ ਮੰਨ ਰਹੇ ਨੇ, ਉਹਦੇ ਕੁਝ ਕਾਰਨ ਨੇ ਹੇਠ ਲਿਖੇ। ਫਸਟ ਕੀ ਹੈ, ਸਮੱਸਿਆਵਾਂ ਦਾ ਹੱਲ, ਸੋਲਿਊਸ਼ਨ ਆਫ ਪ੍ਰੋਬਲਮ। ਕਹਿੰਦੇ ਸੰਸਾਰ ਦੀਆਂ ਜੋ ਜ਼ਿਆਦਾਤਰ ਮੁਸ਼ਕਿਲਾਂ ਨੇ ਉਹ ਆਰਥਿਕ ਹੁੰਦੀਆਂ ਨੇ। ਸੋ ਹਰ ਵਿਅਕਤੀ ਦੇ ਲਈ ਅਰਥਸ਼ਾਸਤਰ ਇੱਕ ਬੇਹੱਦ ਲਾਭਦਾਇਕ ਸ਼ਾਸਤਰ ਤਾਂ ਹੀ ਹੋ ਸਕਦਾ ਹੈ ਜਦ ਕਿ ਇਸ ਦੇ ਰਾਹੀਂ ਆਰਥਿਕ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕੇ। ਸੋ ਕਹਿੰਦੇ ਅਰਥਸ਼ਾਸਤਰ ਦਾ ਇਹ ਵੀ ਪਤਾ ਚੱਲਦਾ ਹੈ ਵੀ ਇੱਕ ਅਰਥ ਵਿਵਸਥਾ ਆਪਣੇ ਸੀਮਤ ਸਾਧਨਾਂ ਦੀ ਠੀਕ ਵਰਤੋਂ ਕਿਸ ਤਰ੍ਹਾਂ ਕਰਦੀ ਹੈ। ਠੀਕ ਹੈ। ਅਤੇ ਉਹਨੂੰ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਕੀ ਕੁਝ ਨਹੀਂ ਕਰਨਾ ਚਾਹੀਦਾ। ਅੱਗੇ ਸੈਕਿੰਡ ਹੈਗਾ ਵਾਸਤਵਿਕ ਹਾਲਤ, ਰੀਅਲਿਸਟਿਕ ਸਿਚੁਏਸ਼ਨ। ਸੋ ਕਹਿੰਦੇ ਅਰਥਸ਼ਾਸਤਰ ਦੇ ਅਧਿਐਨ ਦੇ ਸੰਬੰਧ ਦੇ ਵਿੱਚ ਵਾਸਤਵਿਕ ਹਾਲਤ ਇਹ ਹੈ ਵੀ ਅਰਥਸ਼ਾਸਤਰੀ ਆਪਣਾ ਜ਼ਿਆਦਾ ਸਮਾਂ ਜੀਵਨ ਦੀਆਂ ਅਸਲ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਬਤੀਤ ਕਰਦੇ ਨੇ, ਜਿਵੇਂ ਮੁਦਰਾ ਸਫੀਤੀ ਹੈ, ਬੇਰੁਜ਼ਗਾਰੀ ਹੈ, ਮੰਦੀ ਹੈ ਜਾਂ ਆਰਥਿਕ ਵਿਕਾਸ ਹੈ। ਠੀਕ ਹੈ। ਇਹਨਾਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ? ਠੀਕ ਹੈ। ਇਹ ਵੀ ਇੱਕ ਕਲਾ ਹੈ। ਸੋ ਕਹਿੰਦੇ ਅਰਥਸ਼ਾਸਤਰੀ ਹੈ ਆਪਣੇ ਸਮੇਂ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਅਰਥਸ਼ਾਸਤਰ ਦੇ ਵਿਵਹਾਰਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਵਿੱਚ ਲਗਾਉਂਦੇ ਨੇ, ਜਿਹਦੇ ਲਈ ਉਹ ਨਵੀਆਂ ਨੀਤੀਆਂ, ਨਵੇਂ ਰੂਲ ਨੇ ਜੋ ਤਿਆਰ ਕਰਦੇ ਨੇ। ਠੀਕ ਹੈ। ਜਿਹਦੇ ਕਰਕੇ ਆਪਾਂ ਉਹਨਾਂ ਨੂੰ ਕਲਾ ਕਹਿ ਸਕਦੇ ਹਾਂ। ਅੱਗੇ ਜੋ ਥਰਡ ਹੈ ਆਪਣੇ ਕੋਲ ਮਾਨਤਾਵਾਂ ਦਾ ਵਿਵਹਾਰਕ ਆਧਾਰ, ਪ੍ਰੈਕਟੀਕਲ ਬੇਸਿਸ ਆਫ ਅਸੰਪਸ਼ਨਸ। ਸੋ ਕਹਿੰਦੇ ਅਰਥਸ਼ਾਸਤਰ ਦੀ ਵਿਗਿਆਨ ਅਤੇ ਕਲਾ ਦੇ ਰੂਪ ਦੇ ਵਿੱਚ ਵੰਡ ਕਰਨ ਦੇ ਨਾਲ ਆਰਥਿਕ ਨਿਯਮਾਂ ਦੇ ਅਸਲ ਸੁਭਾਅ ਦੇ ਸੰਬੰਧ ਦੇ ਵਿੱਚ ਜੋ ਦੋ ਚਿੱਤੀ ਪੈਦਾ ਹੋ ਗਈ, ਕਹਿੰਦੇ ਉਸ ਨੂੰ ਦੂਰ ਕੀਤਾ ਜਾ ਸਕਦਾ। ਜਿਵੇਂ ਅਰਥਸ਼ਾਸਤਰ ਦੇ ਕਈ ਨਿਯਮ ਨੇ ਉਹ ਪੂਰਨ ਪ੍ਰਤੀਯੋਗਤਾ ਦੀ ਧਾਰਨਾ 'ਤੇ ਆਧਾਰਿਤ ਨੇ, ਜਿਹਦੇ ਨਤੀਜੇ ਵਜੋਂ ਆਪਾਂ ਇਹ ਸਿੱਟਾ ਕੱਢ ਸਕਦੇ ਹਾਂ ਵੀ ਜੋ ਅਰਥਸ਼ਾਸਤਰ ਹੈ, ਠੀਕ ਹੈ, ਉਹ ਕਲਾ ਦੇ ਰੂਪ ਦੇ ਵਿੱਚ ਮਤਲਬ ਇਸ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਗੇ ਫੋਰਥ ਆ ਗਿਆ ਆਰਥਿਕ ਸਿਧਾਂਤਾਂ ਦੀ ਪੜਚੋਲ, ਵੈਰੀਫਿਕੇਸ਼ਨ ਆਫ ਇਕਨੋਮਿਕ ਥਿਊਰੀਜ਼। ਸੋ ਕਹਿੰਦੇ ਅਰਥਸ਼ਾਸਤਰ ਦਾ ਕਲਾ ਦੇ ਰੂਪ ਦੇ ਵਿੱਚ ਵੀ ਅਧਿਐਨ ਕਰਨ ਦੇ ਨਾਲ ਆਰਥਿਕ ਸਿਧਾਂਤਾਂ ਦੀ ਪੜਚੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ। ਸੋ ਕਹਿੰਦੇ ਜਾਂਚ ਦੇ ਰਾਹੀਂ ਇਹ ਪਤਾ ਲੱਗਦਾ ਹੈ ਵੀ ਉਹ ਠੀਕ ਹੈ ਜਾਂ ਨਹੀਂ ਹੈ। ਸੋ ਕਹਿੰਦੇ ਜੋ ਨਵੇਂ ਆਰਥਿਕ ਸਿਧਾਂਤ ਨੇ ਉਹਨਾਂ ਦੇ ਵਿੱਚ ਵੀ ਕਾਫੀ ਹੈਲਪ ਮਿਲਦੀ ਹੈ। ਦੇਖੋ ਜਦੋਂ ਆਪਾਂ ਪੁਰਾਣੀਆਂ ਗੱਲਾਂ ਨੂੰ ਡਿਸਕਸ ਕਰਦੇ ਹਾਂ, ਠੀਕ ਹੈ, ਤਾਂ ਉਹਦੇ ਲਈ ਜਦੋਂ ਆਪਾਂ ਨਵੇਂ ਸਿਧਾਂਤ ਬਣਾਉਣੇ ਨੇ, ਨਵੀਆਂ ਨੀਤੀਆਂ ਬਣਾਉਣੀਆਂ ਨੇ, ਤਾਂ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਲਪਫੁੱਲ ਹੁੰਦਾ ਹੈ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਨਵੇਂ ਜੋ ਆਰਥਿਕ ਸਿਧਾਂਤ ਨੇ ਉਹਨਾਂ ਦੀ ਖੋਜ ਹੁੰਦੀ ਹੈ, ਉਹਨਾਂ ਬਾਰੇ ਵੀ ਪਤਾ ਲੱਗਦਾ ਹੈ। ਅੱਗੇ ਆ ਗਿਆ ਜੀ ਅਰਥਸ਼ਾਸਤਰ ਨੂੰ ਕਲਾ ਨਾ ਮੰਨਣ ਦੇ ਪੱਖ ਦੇ ਵਿੱਚ ਦਲੀਲਾਂ। ਵੀ ਕੁਝ ਕੁ ਜੋ ਅਰਥਸ਼ਾਸਤਰੀ ਨੇ ਅਰਥਸ਼ਾਸਤਰ ਨੂੰ ਕਲਾ ਨਹੀਂ ਮੰਨਦੇ, ਉਸ ਦੇ ਪੱਖ ਦੇ ਵਿੱਚ ਇਹਨਾਂ ਨੇ ਦਲੀਲਾਂ ਦਿੱਤੀਆਂ ਹੋਈਆਂ ਨੇ। ਜਿਵੇਂ ਵਿਗਿਆਨ ਅਤੇ ਕਲਾ ਦਾ ਵੱਖ ਸੁਭਾਅ। ਦੇਖੋ ਵਿਗਿਆਨ ਅਤੇ ਕਲਾ ਦੋਨਾਂ ਦਾ ਸੁਭਾਅ ਕੀ ਹੈ, ਨੇਚਰ ਕੀ ਹੈ, ਅਲੱਗ ਹੁੰਦਾ ਹੈ। ਕਹਿੰਦੇ ਜੇਕਰ ਅਰਥਸ਼ਾਸਤਰ ਵਿਗਿਆਨ ਹੈ ਤਾਂ ਕਲਾ ਨਹੀਂ ਹੋ ਸਕਦਾ। ਇਹਦੇ ਉਲਟ ਜੇਕਰ ਅਰਥਸ਼ਾਸਤਰ ਨੂੰ ਕਲਾ ਮੰਨ ਲਿਆ ਜਾਵੇ ਤਾਂ ਉਹ ਵਿਗਿਆਨ ਦਾ ਆਧਾਰ ਖਤਮ ਹੋ ਜਾਊਗਾ। ਸੈਕਿੰਡ ਹੈਗਾ ਆਰਥਿਕ ਸਮੱਸਿਆ ਦਾ ਸੁਭਾਅ, ਨੇਚਰ ਆਫ ਇਕਨੋਮਿਕ ਪ੍ਰੋਬਲਮਸ। ਕਹਿੰਦੇ ਜੋ ਆਰਥਿਕ ਸਮੱਸਿਆਵਾਂ ਨੇ ਪੂਰੀ ਤਰ੍ਹਾਂ ਆਰਥਿਕ ਨਹੀਂ ਹੁੰਦੀਆਂ, ਪਰ ਉਹਨਾਂ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਧਾਰਨਾਵਾਂ ਦਾ ਪ੍ਰਭਾਵ ਪੈਂਦਾ ਰਹਿੰਦਾ, ਜਿਹਦੇ ਕਰਕੇ ਕਹਿੰਦੇ ਇਸ ਕਾਰਨ ਅਰਥਸ਼ਾਸਤਰੀਆਂ ਲਈ ਇਹ ਸੰਭਵ ਨਹੀਂ ਹੈਗਾ ਵੀ ਉਹ ਆਰਥਿਕ ਦ੍ਰਿਸ਼ਟੀ ਦੇ ਆਧਾਰ 'ਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ। ਥਰਡ ਹੈਗਾ ਜੀ ਅਨਿਸ਼ਚਿਤਤਾ, ਅਨਸਰਟਨਟੀ। ਕਹਿੰਦੇ ਜੇਕਰ ਅਰਥਸ਼ਾਸਤਰ ਨੂੰ ਕਲਾ ਮੰਨ ਲਿਆ ਜਾਵੇ, ਠੀਕ ਹੈ, ਤਾਂ ਕਹਿੰਦੇ ਵੱਖ ਅਰਥਸ਼ਾਸਤਰੀ ਨੇ ਵੱਖਰੀਆਂ ਜੋ ਨੀਤੀਆਂ ਨੇ ਉਹਦੀ ਰਚਨਾ ਕਰਨਗੇ, ਵੱਖ ਉਹਦੇ ਸੁਝਾਅ ਦੇਣਗੇ। ਸੋ ਇਹ ਸਲਾਹਾਂ ਆਪਸੀ ਵਿਰੋਧਾਭਾਸੀ ਹੋ ਜਾਣਗੀਆਂ। ਮਤਲਬ ਕੋਈ ਅਰਥਸ਼ਾਸਤਰੀ ਕੁਝ ਕਹੂਗਾ ਅਤੇ ਕੋਈ ਅਰਥਸ਼ਾਸਤਰੀ ਕੁਝ ਕਹੂਗਾ, ਜਿਹਦੇ ਕਰਕੇ ਉਹਦੇ ਨਤੀਜੇ ਵੀ ਅਲੱਗ ਹੀ ਨਿਕਲਣਗੇ, ਅਨਿਸ਼ਚਿਤ ਹੀ ਹੋਣਗੇ। ਠੀਕ ਹੈ ਜੀ। ਅੱਗੇ ਆਪਣੇ ਕੋਲ ਆ ਗਿਆ ਤੁਰੰਤ ਹੱਲ ਦੀ ਕਮੀ, ਲੈਕ ਆਫ ਇਮੀਡੀਏਟ ਸੋਲਿਊਸ਼ਨ। ਕਹਿੰਦੇ ਅਰਥਸ਼ਾਸਤਰੀਆਂ ਜੋ ਆਰਥਿਕ ਸਮੱਸਿਆਵਾਂ ਨੇ ਇਹਨਾਂ ਦੇ ਤੁਰੰਤ ਹੱਲ ਦੇ ਵਿੱਚ ਵਰਤੋਂ ਨਹੀਂ ਕੀਤੀ ਜਾ ਸਕਦੀ। ਸੋ ਕਹਿੰਦੇ ਇਸ ਦੇ ਨਿਯਮ ਨੇ ਆਰਥਿਕ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਕੰਮ ਨਹੀਂ ਲਿਆਏ ਜਾ ਸਕਦੇ, ਜਿਹਦੇ ਕਰਕੇ J.M. ਕੇਨਜ਼ ਨੇ ਕੀ ਕਿਹਾ ਵੀ ਅਰਥਸ਼ਾਸਤਰ ਦੇ ਸਿਧਾਂਤ ਇਹੋ ਜਿਹੇ ਸਿੱਟੇ ਪੇਸ਼ ਨਹੀਂ ਕਰਦਾ ਜਿਨ੍ਹਾਂ ਨੂੰ ਨਿਯੋਜਨ ਦੇ ਪੱਖੋਂ ਵਰਤਿਆ ਜਾ ਸਕੇ। ਸੋ ਇਹ ਇੱਕ ਵਿਧੀ ਹੈ ਨਾ ਕਿ ਸਿਧਾਂਤ, ਦਿਮਾਗ ਦੀ ਇੱਕ ਜੰਤਰ ਹੈ
ਜਾਂ ਸਾਜ਼ ਹੈ, ਵਿਚਾਰ ਦੀ ਤਕਨੀਕ ਹੈ। ਇਸ ਦੇ ਸਹੀ ਅਧਿਕਾਰ ਦਾ ਠੀਕ ਸਿੱਟਾ ਕੱਢਣ ਦੇ ਵਿੱਚ ਮਦਦ ਦਿੰਦਾ ਹੈ। ਅੱਗੇ ਆ ਗਿਆ ਇਹਦਾ ਸਿੱਟਾ ਇਹ ਕੱਢ ਸਕਦੇ ਹਾਂ ਵੀ ਜੋ ਅਰਥ ਸ਼ਾਸਤਰ ਹੈ ਵਿਗਿਆਨ ਅਤੇ ਕਲਾ ਦੋਨੋਂ ਹੀ ਨੇ। ਕਹਿੰਦੇ ਵਿਗਿਆਨ ਨੂੰ ਕਲਾ ਦੀ ਜ਼ਰੂਰਤ ਹੈ ਅਤੇ ਕਲਾ ਨੂੰ ਵਿਗਿਆਨ ਦੀ ਜ਼ਰੂਰਤ ਹੈ। ਦੋਵੇਂ ਕੀ ਨੇ, ਇੱਕ ਦੂਸਰੇ ਦੇ ਪੂਰਕ ਨੇ। ਸੋ ਅੱਗੇ ਇਹਨਾਂ ਨੇ ਕੁਝ ਹੋਰ ਵੀ ਚੈਂਪਨ ਦੇ ਅਕੋਰਡਿੰਗ ਲਿਖਿਆ ਹੋਇਆ। ਕਹਿੰਦੇ ਅਰਥ ਸ਼ਾਸਤਰ ਇੱਕ ਵਾਸਤਵਿਕ ਵਿਗਿਆਨ ਹੈ ਜੋ ਆਰਥਿਕ ਤੱਥਾਂ ਦੇ ਵਾਸਤਵਿਕ ਦਿਸ਼ਾ ਨਾਲ ਸੰਬੰਧਿਤ ਹੈ। ਸੋ ਇੱਕ ਆਦਰਸ਼ਵਾਦੀ ਵਿਗਿਆਨ ਵੀ ਹੈ ਜੋ ਤੱਥ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ ਇਸ ਗੱਲ ਦੀ ਪੜਚੋਲ ਕਰਦਾ ਹੈ। ਅਤੇ ਇੱਕ ਕਲਾ ਵੀ ਹੈ ਜੋ ਇਸ ਤਰ੍ਹਾਂ ਦੇ ਉਪਾਅ ਅਤੇ ਸਾਧਨ ਲੱਭਦਾ ਹੈ ਕਿ ਜਿਨ੍ਹਾਂ ਦੇ ਨਾਲ ਮਨ ਚਾਹੇ ਉਦੇਸ਼ ਨੇ ਪ੍ਰਾਪਤ ਕੀਤੇ ਜਾ ਸਕਣ। ਠੀਕ ਹੈ ਰਾਜੇ, ਇਹ ਤੁਹਾਡਾ ਮਤਲਬ ਜੋ ਟੌਪਿਕ ਹੈ ਕੰਪਲੀਟ ਹੋ ਚੁੱਕਿਆ ਹੈ, ਜਿਹਦੇ ਵਿੱਚ ਆਪਾਂ ਇਸਦੇ ਸੁਭਾਅ ਬਾਰੇ ਦੱਸਿਆ। ਠੀਕ ਹੈ, ਅਤੇ ਇਹਦੀ ਵਿਸ਼ਾ ਸਮੱਗਰੀ ਦੇ ਬਾਰੇ ਦੱਸਿਆ। ਇਹ ਦੋਨੋਂ ਟੌਪਿਕ ਨੇ ਤੁਹਾਡੇ ਰਾਜੇ ਕੰਪਲੀਟ ਹੋ ਚੁੱਕੇ ਨੇ। ਸੋ ਇੰਨਾ ਹੀ ਤੁਸੀਂ ਅੱਜ ਦੇ ਲਈ ਰੀਡ ਕਰਿਓ। ਓਕੇ ਬੇਟਾ, ਥੈਂਕ ਯੂ ਜੀ।